ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨ ਕੀਜੈ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ। ਹੋ ਸਭਨਾ ਕੀ ਰੇਣੁਕਾ, ਤੋ ਆਓ ਹਮਾਰੇ ਪਾਸ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ, ਕਭੂ ਨ ਛੱਡੈ ਖੇਤ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਮਨਾਂ ਦੀਆਂ ਖਿੰਡੀਆਂ ਹੋਈਆਂ ਬਿਰਤੀਆਂ ਨੂੰ ਉਕਾਗਰ ਕਰਦੇ ਹੋਏ ਕਰੀਏ ਰਸਨਾ ਪਵਿੱਤਰ। ਬੋਲੀਏ ਸਾਰੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਅੱਜ ਆਪਾਂ ਗੱਲਬਾਤ ਕਰਾਂਗੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ, ਅਤੇ ਬਹੁਤ ਹੀ ਸਤਿਕਾਰਯੋਗ ਸਾਡੀ ਸਿੱਖ ਪੰਥ ਦੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹੀਦੀ ਬਾਰੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਗੁਰਮੁਖ ਪਿਆਰਿਓ, ਇਹ ਸੰਸਾਰ ਦੇ ਉੱਪਰ, ਇਹ ਦੁਨੀਆ ਦੇ ਉੱਪਰ ਜਦੋਂ ਦੀ ਇਹ ਪ੍ਰਕਿਰਤੀ ਬਣੀ ਆ, ਦੁਨੀਆ ਬਣੀ ਆ, ਦੋ ਚੀਜ਼ਾਂ ਚੱਲਦੀਆਂ ਆਉਂਦੀਆਂ, ਇੱਕ ਸੱਚ ਅਤੇ ਇੱਕ ਝੂਠ। ਇੱਕ ਸੱਚੇ ਮਨੁੱਖ, ਦੂਜੇ ਪਾਸੇ ਉਹ ਸੱਚ ਦੇ ਵਿਰੁੱਧ ਦੇ ਵਿੱਚ ਝੂਠੇ ਮਨੁੱਖ, ਝੂਠੀ ਦੁਨੀਆ, ਐਂ ਕਹਿ ਲਈਏ ਆਪਾਂ। ਸਮੇਂ ਸਮੇਂ 'ਤੇ ਸੱਚੇ ਬੰਦੇ ਸੱਚ ਬੋਲਦੇ ਆਏ ਆ ਅਤੇ ਝੂਠੇ ਬੰਦਿਆਂ ਨੂੰ ਬਰਦਾਸ਼ਤ ਨਹੀਂ ਹੋਏ, ਉਹ ਉਹਨਾਂ ਨੂੰ ਕਤਲ ਕਰਦੇ ਆਏ ਆ ਜਾਂ ਕਿਸੇ ਵੀ ਤਰੀਕੇ ਦੇ ਨਾਲ ਖਤਮ ਕਰਦੇ ਆਏ ਆ। ਆਪਾਂ ਗੱਲ ਚਾਹੇ ਕਰ ਲਈਏ ਭਗਤ ਸਾਹਿਬਾਨਾਂ ਦੀ, ਜੋ ਗੁਰੂ ਸਾਹਿਬਾਨਾਂ ਤੋਂ ਪਹਿਲਾਂ ਹੋਏ, ਉਹਨਾਂ ਨੇ ਵੀ ਬਹੁਤ ਦੁੱਖੜੇ ਝੱਲੇ ਸੱਚ ਬੋਲਣ ਦੇ ਬਦਲੇ। ਉਸ ਤੋਂ ਬਾਅਦ ਸਮਾਂ ਆਇਆ ਗੁਰੂ ਨਾਨਕ ਬਾਬਾ ਜੀ ਦਾ, ਜਿਹੜੇ ਸਿੱਖ ਧਰਮ ਦੇ ਮੋਢੀ ਹੋਏ, ਉਹਨਾਂ ਨੇ ਸਾਰੀ ਉਹ ਭਗਤਾਂ ਦੀ ਬਾਣੀ ਇਕੱਤਰ ਕੀਤੀ ਅਤੇ ਸੱਚ ਦਾ ਹੋਕਾ ਦੇਣਾ ਸ਼ੁਰੂ ਕੀਤਾ। ਉਸ ਸਮੇਂ ਦੇ ਮੌਕੇ ਦੇ ਹਾਕਮ ਜੋ ਬਾਬਰ ਸੀ, ਜਿਹਨੇ ਭਾਰਤ ਨੂੰ ਬਹੁਤ ਲੁੱਟਿਆ ਕੁੱਟਿਆ, ਬਹੁਤ ਜ਼ਿਆਦਾ ਹਮਲਾਵਰ, ਬਾਬਰ ਤੋਂ ਪਹਿਲਾਂ ਵੀ ਤਕਰੀਬਨ 61 ਹਮਲੇ ਭਾਰਤ 'ਤੇ ਹੋ ਚੁੱਕੇ ਸੀ। ਸਾਡੀ ਸਥਿਤੀ ਇਹੋ ਜਿਹੀ ਬਣੀ ਪਈ ਸੀ ਅਤੇ ਬਾਬਰ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਾਬਰ ਕਿਹਾ। ਉਸ ਸਮੇਂ ਤੋਂ ਇਹ ਜੰਗ ਜਿਹੜੀ ਸੀ ਭਗਤਾਂ ਦੀ, ਗੁਰੂ ਸਾਹਿਬਾਨਾਂ ਦੀ, ਇਹ ਜ਼ੁਲਮ ਦੇ ਵਿਰੁੱਧ ਸ਼ੁਰੂ ਹੋ ਗਈ। ਹੁੰਦਾ ਹਵਾਉਂਦਾ ਗੱਲ ਦੂਜੇ ਪਾਤਸ਼ਾਹ, ਤੀਜੇ ਪਾਤਸ਼ਾਹ, ਚੌਥੇ ਪਾਤਸ਼ਾਹ ਤੋਂ ਹੁੰਦੀ ਹੋਈ ਪੰਜਵੇਂ ਪਾਤਸ਼ਾਹ ਤੱਕ ਗੱਲ ਪਹੁੰਚੀ ਤਾਂ ਪੰਜਵੇਂ ਪਾਤਸ਼ਾਹ ਜੀ ਨੇ ਜੋ ਭਗਤ ਸਾਹਿਬਾਨਾਂ ਤੋਂ ਲਹਿਰ ਜੋ ਸ਼ੁਰੂ ਹੋਈ ਸੀ ਸੱਚ ਦੀ, ਕ੍ਰਾਂਤੀ ਦੀ, ਉਹ ਤੁਰੀ ਆਉਂਦੀ ਪੂਰੀ ਜੋਬਨ 'ਤੇ ਹੋ ਗਈ ਪੰਜਵੇਂ ਪਾਤਸ਼ਾਹ ਜੀ ਦੇ ਸਮੇਂ। ਪੰਜਵੇਂ ਪਾਤਸ਼ਾਹ ਜੀ ਦੇ ਬਹੁਤ ਵਿਰੋਧੀ ਬਣ ਗਏ। ਉਹਨਾਂ ਵਿਰੋਧੀਆਂ ਨੇ ਇਕੱਤਰ ਹੋ ਕੇ ਪੰਜਵੇਂ ਪਾਤਸ਼ਾਹ ਜੀ ਨੂੰ ਤੱਤੀ ਤਵੀ 'ਤੇ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ।
ਉਸ ਤੋਂ ਬਾਅਦ 6ਵੇਂ ਪਾਤਸ਼ਾਹ ਜੀ ਦਾ ਸਮਾਂ ਆਇਆ, ਜੰਗਾਂ ਯੁੱਧਾਂ ਦੇ ਵਿੱਚ ਉਹਨਾਂ ਦਾ ਜੀਵਨ ਬਤੀਤ ਹੋਇਆ। 7ਵੇਂ ਪਾਤਸ਼ਾਹ ਨੂੰ ਵੀ 2200 ਘੋੜਸਵਾਰ ਰੱਖਣੇ ਪਏ। 8ਵੇਂ ਪਾਤਸ਼ਾਹ ਨੂੰ ਵੀ ਜਿਹੜਾ ਸੀ ਬਹੁਤ ਇਹ ਦੁੱਖ ਝੱਲਣੇ ਪਏ, ਛੋਟੀ ਉਮਰ ਦੇ ਵਿੱਚ ਹੀ ਪਰਲੋਕ ਗਮਨ ਕਰਨਾ ਪਿਆ। ਅਤੇ 9ਵੇਂ ਪਾਤਸ਼ਾਹ ਨੂੰ ਆ ਕੇ ਫਿਰ ਜਿਹੜਾ ਸ਼ਹੀਦ ਕਰ ਦਿੱਤਾ ਗਿਆ। ਅਤੇ ਗੱਲ ਆ ਗਈ 10ਵੇਂ ਪਾਤਸ਼ਾਹ ਤੱਕ। 10ਵੇਂ ਪਾਤਸ਼ਾਹ ਦੀ ਸ਼ੁਰੂ ਤੋਂ ਲੈ ਕੇ ਹੀ 42-43 ਸਾਲ ਦੀ ਉਮਰ ਸੀ ਜਿਹੜੀ ਦੁੱਖਾਂ ਤਕਲੀਫਾਂ ਦੇ ਵਿੱਚ ਨਿਕਲੀ। ਇਹ ਗੁਰੂ ਨਾਨਕ ਗੱਦੀ ਦੇ ਵਾਰਸ 10ਵੇਂ ਪਾਤਸ਼ਾਹ ਬਾਜਾਂ ਵਾਲੇ ਦਾ ਸਮਾਂ ਆਇਆ ਜਦੋਂ, ਤਾਂ ਇਹਨਾਂ ਦੇ ਵਿਰੁੱਧ ਵੀ ਜਿਹੜੀਆਂ ਸਮੇਂ ਦੀਆਂ ਹਕੂਮਤਾਂ ਸੀ, ਇੱਕ ਤਾਂ ਮੁਗਲ ਹਕੂਮਤ ਸੀ, ਇਹ ਸੱਚ ਦੀ ਲਹਿਰ ਦੇ ਪਿੱਛੇ ਪਈ ਸੀ। ਦੂਜਾ ਸੀ ਪੁਜਾਰੀਵਾਦ, ਕਿਉਂਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਨੇਊ ਪਾਉਣ ਤੋਂ ਪਹਿਲੇ ਸਮੇਂ ਦੇ ਵਿੱਚ ਇਨਕਾਰ ਕਰ ਦਿੱਤਾ ਸੀ। ਇੱਥੇ ਤੱਕ ਸਮਾਂ ਆ ਗਿਆ ਜੰਗਾਂ ਯੁੱਧਾਂ ਦਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ 1699 ਦੇ ਵਿੱਚ ਖਾਲਸਾ ਪੰਥ ਸਾਜਿਆ, ਇੱਕ ਨਵੀਂ ਮੂਰਤ ਪੈਦਾ ਕੀਤੀ, ਸੱਚ ਦੀ ਮੂਰਤ, ਜਿਹਦੇ ਵਿੱਚ ਮੁਸਲਮਾਨ ਵੀਰ ਵੀ ਸੀ, ਹਿੰਦੂ ਵੀਰ ਵੀ ਸੀ, ਕਿਉਂਕਿ 9ਵੇਂ ਪਾਤਸ਼ਾਹ ਜੀ ਦੇ ਨਾਲ ਸ਼ਹੀਦੀ ਵੀ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੀ ਹੁੰਦੀ ਆ। ਆਪਾਂ ਜਾਣਦੇ ਹਾਂ, ਕਹਿਣ ਤੋਂ ਭਾਵ ਇਹ ਸਾਰੇ ਚੰਗੇ ਬੰਦਿਆਂ ਨੂੰ ਇਕੱਤਰ ਕਰਕੇ ਖਾਲਸਾ ਫੌਜ ਤਿਆਰ ਕਰ ਦਿੱਤੀ। ਮੇਰੇ ਕਹਿਣ ਤੋਂ ਭਾਵ ਇਹ ਹੈ ਵੀ ਸਾਰੇ ਮੁਸਲਮਾਨ ਕੌਮ ਵੀ ਮਾੜੀ ਨਹੀਂ ਹੋ ਸਕਦੀ, ਸਾਰੀ ਗੁਰੂ ਸਾਹਿਬਾਨਾਂ ਦੇ ਨਾਲ ਵੀ ਰਹੇ, ਗੁਰੂ ਸਾਹਿਬਾਨਾਂ ਤੋਂ ਉਲਟ ਵੀ ਰਹੇ। ਇਸੇ ਤਰ੍ਹਾਂ ਹਿੰਦੂ ਕੌਮ, ਸਾਰੀ ਕੌਮ ਮਾੜੀ ਵੀ ਨਹੀਂ ਕਹੀ ਜਾ ਸਕਦੀ। ਬਹੁਤ ਸਾਰੇ ਹਿੰਦੂ ਵੀਰਾਂ ਨੇ ਸਾਥ ਵੀ ਦਿੱਤਾ ਗੁਰੂ ਸਾਹਿਬਾਨਾਂ ਦਾ, ਭਾਵ ਸੱਚ ਦਾ, ਅਤੇ ਬਹੁਤ ਸਾਰਿਆਂ ਨੇ ਜਿਹੜੇ ਚੁਗਲੀ ਚੱਪੀ ਕਰਕੇ ਜਿਹੜਾ ਇਸ ਲਹਿਰ ਨੂੰ ਦੱਬਣ ਦੀ ਕੋਸ਼ਿਸ਼ ਵੀ ਕੀਤੀ ਗਈ। ਭਾਵ ਹਿੰਦੂਆਂ ਦੇ ਵਿੱਚ ਵੀ ਚੰਗੇ ਮਾੜੇ ਹੁੰਦੇ ਆ, ਮੁਸਲਮਾਨਾਂ ਦੇ ਵਿੱਚ ਵੀ, ਅਤੇ ਸਾਡੇ ਸਿੱਖਾਂ ਦੇ ਵਿੱਚ ਵੀ। ਭਾਵ ਸਾਰੇ ਸੰਸਾਰ ਦੇ ਵਿੱਚ ਦੋ ਬਿਰਤੀਆਂ ਹੁੰਦੀਆਂ, ਇੱਕ ਚੰਗਿਆਂ ਦੀ, ਸੱਚ 'ਤੇ ਚੱਲਣ ਵਾਲਿਆਂ ਦੀ, ਅਤੇ ਇੱਕ ਮਾੜਿਆਂ ਦੀ। ਅਤੇ ਇਹ ਸਮਾਂ ਆਇਆ, ਜਦੋਂ ਸਮਾਂ ਆਉਂਦਾ ਤਕਰੀਬਨ 14 ਜੰਗਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕੀਤੀਆਂ। ਇਸ ਜ਼ੁਲਮ ਦੇ ਵਿਰੁੱਧ ਇੱਕ ਵੀ ਜੰਗ ਆ ਜਿਹੜੀ ਉਹ ਚੜ੍ਹ ਕੇ ਨਹੀਂ ਗਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਿਸੇ ਦੇ ਉੱਪਰ, ਅਤੇ ਦੂਜਾ ਇੱਕ ਵੀ ਜੰਗ ਜਰ, ਜੋਰੂ ਅਤੇ ਜ਼ਮੀਨ ਦਾ ਕਰਕੇ ਨਹੀਂ ਹੋਈ। ਇਹਨਾਂ ਸਾਰੀਆਂ ਜੰਗਾਂ ਦੇ ਵਿੱਚੋਂ ਤਕਰੀਬਨ 12 ਜੰਗਾਂ ਪਹਿਲਾਂ ਹੋ ਚੁੱਕੀਆਂ ਸੀ। 13ਵੀਂ ਜੰਗ ਆ ਜਿਹੜੀ ਇਹ ਅਨੰਦਪੁਰ ਸਾਹਿਬ ਦੀ ਹੈ ਮੰਨੀ ਜਾਂਦੀ, ਜਾਂ 12ਵੀਂ ਲਾ ਲਈਏ। 14 ਜੰਗਾਂ ਦੇ ਵਿੱਚੋਂ ਜਾਣੀ ਸਭ ਤੋਂ ਲਾਸਾਨੀ ਜੰਗ ਆ ਜਿਹੜੀ ਇਹ ਮੰਨੀ ਜਾਂਦੀ ਹੈ ਅਨੰਦਪੁਰ ਸਾਹਿਬ ਜੀ ਦੀ। ਅੱਜ ਆਪਾਂ ਗੱਲ ਇੱਥੋਂ ਸ਼ੁਰੂ ਕਰਾਂਗੇ। ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਜ਼ਾਲਮਾਂ ਨੇ ਘੇਰਾ ਪਾ ਲਿਆ, ਬਹੁਤ ਸਾਰੀ ਫੌਜ ਨੇ ਅੰਦਰੋਂ ਘੇਰ ਲਿਆ। ਗੁਰੂ ਸਾਹਿਬਾਨ ਅਤੇ ਗੁਰੂ ਸਾਹਿਬਾਨ ਦਾ 10ਵੇਂ ਪਾਤਸ਼ਾਹ ਜੀ ਦਾ ਪਰਿਵਾਰ, ਮਾਤਾ ਗੁਜਰ ਕੌਰ ਜੀ, ਚਾਰੇ ਸਾਹਿਬਜ਼ਾਦੇ, ਗੁਰੂ ਕੇ ਮਹਿਲ, 5 ਪਿਆਰੇ ਅਤੇ ਹੋਰ ਪਿਆਰੇ ਸਿੱਖ ਸਾਰੇ ਅੰਦਰ ਤੜ ਗਏ। ਅਤੇ ਬਹੁਤ ਘੇਰਾ ਸੀ ਜਿਹੜਾ ਤਕਰੀਬਨ ਕਿਹਾ ਜਾਂਦਾ ਕਿ 7-8 ਮਹੀਨੇ ਦਾ ਲੰਮਾ ਹੋ ਗਿਆ। ਲੰਮੇ ਘੇਰੇ ਦੇ ਵਿੱਚ ਰਾਸ਼ਨ ਪਾਣੀ ਸਿੰਘਾਂ ਦਾ ਬੰਦ ਕਰ ਦਿੱਤਾ ਗਿਆ। ਅੰਦਰੋਂ ਘੇਰਾ ਜਿਹੜਾ ਹੋਰ ਨਪੀੜਿਆ ਜਾ ਰਿਹਾ, ਤਕਰੀਬਨ 8 ਮਹੀਨੇ ਦਾ ਸਮਾਂ ਹੋ ਗਿਆ। ਹੁਣ ਤਿਆਰੀ ਕੀ ਕੀਤੀ ਗਈ ਕਿ ਇੱਕ ਮਸਤ ਹਾਥੀ ਨੂੰ ਭੇਜਿਆ ਜਾਵੇ, ਕਿਲ੍ਹੇ ਦਾ ਦਰਵਾਜ਼ਾ ਤੋੜ ਕੇ ਅੰਦਰੋਂ ਸਿੱਖਾਂ ਨੂੰ ਵੱਢ ਟੁੱਕ ਕਰਕੇ ਜਿੱਤ ਹਾਸਲ ਕੀਤੀ ਜਾਵੇ। ਉਸ ਸਮੇਂ ਦੇ ਵਿੱਚ ਮਸਤ ਹਾਥੀ ਤਿਆਰ ਕੀਤਾ ਗਿਆ। ਮਸਤ ਹਾਥੀ ਨੂੰ ਸ਼ਰਾਬ ਪਿਆਈ ਗਈ। ਬਹੁਤ ਸਾਰੇ ਛੁਰੇ, ਤਵੀਆਂ ਉਹਨੂੰ ਮੜ ਕੇ ਲਾ ਕੇ ਕਿਲ੍ਹੇ ਵੱਲ ਨੂੰ ਭੇਜਿਆ ਗਿਆ। ਅਤੇ ਇੱਧਰ ਅੰਦਰ ਵੀ ਸਿੰਘਾਂ ਨੂੰ ਖਬਰ ਹੋ ਗਈ ਕਿ ਮਸਤ ਹਾਥੀ ਆ ਰਿਹਾ, ਉਹਨੇ ਦਰਵਾਜ਼ਾ ਤੋੜਨਾ, ਦਰਵਾਜ਼ਾ ਭੰਨਣਾ। ਤਾਂ ਇੱਧਰ ਜਿਹੜਾ ਹੈ ਅੰਦਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਦੋਂ ਸਕੀਮ ਲਾਈ, ਸੋਚਿਆ ਇਸ ਬਾਰੇ, ਤਾਂ ਕਿਹਾ ਕੋਈ ਗੱਲ ਨਹੀਂ, ਆਉਣ ਦਿਓ ਹਾਥੀ ਨੂੰ। ਸਾਡੇ ਕੋਲ ਵੀ ਇੱਕ ਬਹੁਤ ਜੁਰਬਾਣਾ, ਜਿਹਦਾ ਨਾਂ ਦੁਨੀ ਚੰਦ ਸੀ, ਹਾਥੀ ਵਰਗਾ ਸਰੀਰ ਸੀ, ਚੰਗਾ ਰਾਸ਼ਨ ਪਾਣੀ ਛਕਦਾ ਸੀ, ਸਾਡੇ ਕੋਲ ਵੀ ਹਾਥੀ ਹੈਗਾ, ਪਰ ਅੰਦਰੋਂ ਕਮਜ਼ੋਰ ਸੀ। ਸਰੀਰਕ ਤੌਰ 'ਤੇ ਭਾਵੇਂ ਵੱਡਾ ਸੀ, ਅੰਦਰੋਂ ਗੁਰੂ 'ਤੇ ਵਿਸ਼ਵਾਸ ਨਹੀਂ ਸੀ। ਉਹ ਡਰ ਗਿਆ ਅਤੇ ਡਰ ਕੇ ਰਾਤ ਨੂੰ ਕਿਲ੍ਹੇ ਦੀ ਕੰਧ ਟੱਪ ਕੇ ਭੱਜਣ ਲੱਗਿਆ, ਅਤੇ ਉੱਥੇ ਲੱਤ ਟੁੱਟ ਗਈ ਅਤੇ ਮਾਰਿਆ ਗਿਆ। ਦੂਜੇ ਪਾਸੇ ਸੂਖਮ ਜਿਹੇ ਸਰੀਰ ਦਾ
ਭਾਈ ਬਚਿੱਤਰ ਸਿਉਂ ਸੀ। ਭਾਈ ਬਚਿੱਤਰ ਸਿਉਂ ਨੂੰ ਥਾਪੜਾ ਦਿੱਤਾ ਗਿਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿਹਾ, ਭਾਈ ਕਿਲੇ ਦਾ ਦਰਵਾਜ਼ਾ ਤੋੜਨ ਦੇ ਵਾਸਤੇ ਹਾਥੀ ਆ ਰਿਹਾ, ਬਚਿੱਤਰ ਸਿਉਂ ਲੜੇਗਾ, ਹਾਥੀ ਦਾ ਮੁਕਾਬਲਾ ਕਰੇਗਾ। ਭਾਈ ਬਚਿੱਤਰ ਸਿਉਂ ਨੇ ਕਿਹਾ, ਮਹਾਰਾਜ ਸੱਚੇ ਪਾਤਸ਼ਾਹ ਲੜਨਾ ਮੈਂ ਥੋੜ੍ਹੀ ਹੈ, ਲੜਾਉਣਾ ਤਾਂ ਤੁਸੀਂ ਆ, ਬਲ ਤਾਂ ਤੁਸੀਂ ਬਖਸ਼ਣਾ, ਇਸ ਕਰਕੇ ਮੈਂ ਲੜਨ ਨੂੰ ਤਿਆਰ ਹਾਂ। ਤਿਆਰੀਆਂ ਕੀਤੀਆਂ ਗਈਆਂ ਤੇ ਭਾਈ ਬਚਿੱਤਰ ਸਿਉਂ ਨੇ ਫਿਰ ਜਿਹੜਾ ਜਦੋਂ ਉਹ ਹਾਥੀ ਆਇਆ ਤੇ ਉਹਦੇ ਆਉਣ ਤੋਂ ਪਹਿਲਾਂ ਹੀ ਜਿਹੜਾ ਦਰਵਾਜ਼ਾ ਖੋਲ੍ਹ ਕੇ ਹਾਥੀ ਦਾ ਮੁਕਾਬਲਾ ਕੀਤਾ। ਆਪਣੀ ਨਾਗਨੀ ਸੀ ਜਿਹੜੀ ਉਹ ਹਾਥੀ ਦੇ ਮਾਰੀ ਤੇ ਹਾਥੀ ਚੀਕਾਂ ਮਾਰਦਾ ਪਿੱਛੇ ਨੂੰ ਆਪਣੀ ਫੌਜ ਦਾ ਨੁਕਸਾਨ ਕਰਦਾ ਚਲਿਆ ਗਿਆ। ਉਸ ਤੋਂ ਬਾਅਦ ਫਿਰ ਸਿੱਖਾਂ ਨੂੰ ਜਿਹੜਾ ਹੈ ਭੁੱਖ ਤੇ ਸਤਾਉਣ ਲੱਗੀ। ਫਿਰ ਜ਼ਾਲਮਾਂ ਨੇ ਇੱਕ ਸਕੀਮ ਕੀਤੀ। ਜਦੋਂ ਇਹ ਵੀ ਸਕੀਮ ਫੇਲ ਹੋ ਗਈ, 8 ਮਹੀਨੇ ਘੇਰਾ ਵੀ ਪਾਈ ਰੱਖਿਆ ਤੇ ਜਿਹੜਾ ਕਿਲੇ ਦਾ ਦਰਵਾਜ਼ਾ ਨਾ ਤੋੜ ਹੋਇਆ, ਫਿਰ ਰਣਨੀਤੀ ਹੋਰ ਤਿਆਰ ਕੀਤੀ ਬਈ ਆਟੇ ਦੀ ਗਊ ਬਣਾ ਕੇ ਤੇ ਮੁਸਲਮਾਨਾਂ ਨੇ ਕਹਿੰਦੇ ਕੁਰਾਨ ਸ਼ਰੀਫ ਦੀ ਸਹੁੰ ਖਾ ਕੇ ਇਹ ਜਿਹੜਾ ਸੁਨੇਹਾ ਅੰਦਰ ਭੇਜਿਆ ਗਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੇ ਕੋਲ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ, ਦਸ਼ਮੇਸ਼ ਪਿਤਾ ਜੀ, ਤੁਸੀਂ ਇਹ ਕਿਲਾ ਛੱਡ ਜਾਓ, ਸਾਡੀ ਵੀ ਇੱਜ਼ਤ ਰਹਿ ਜੂ ਤੇ ਤੁਸੀਂ ਵੀ ਇੱਥੋਂ ਨਿਕਲ ਜਾਓ, ਪਰਿਵਾਰ ਬੱਚੇ ਨਾਲ ਆ ਤੇ ਬਹੁਤ ਸਾਰਾ ਨੁਕਸਾਨ ਹੋ ਗਿਆ, ਬਹੁਤ ਸਮਾਂ ਹੋ ਗਿਆ ਘੇਰਾ ਪਾਏ ਨੂੰ, ਤੁਸੀਂ ਜਾ ਸਕਦੇ ਹੋ, ਅਸੀਂ ਕੁਝ ਨਹੀਂ ਕਹਾਂਗੇ। ਅੰਦਰ ਰਹਿ ਮਸ਼ਵਰਾ ਹੋਇਆ। ਮਾਤਾ ਗੁਜਰ ਕੌਰ ਨੇ ਵੀ ਇਹ ਵਿੱਚ ਰਹਿ ਦਿੱਤੀ ਕਿਉਂਕਿ ਮਾਤਾ ਜੀ ਉਸ ਸਮੇਂ ਅੰਦਰ ਕਿਲੇ ਦੇ ਅੰਦਰ ਸਨ ਤੇ ਸਾਰਾ ਕੁਝ ਜਿਹੜਾ ਰਹਿ ਮਸ਼ਵਰਾ ਕਰਕੇ ਇੱਕ ਪਰਖਣ ਦੇ ਵਾਸਤੇ ਗੱਲ ਕੀਤੀ ਗਈ ਕਿ ਦੇਖ ਲਈਏ, ਪਹਿਲਾਂ ਐਂ ਕਰਦੇ ਆ ਵੀ ਆਪਣੀਆਂ 10-20 ਖੱਚਰਾਂ ਇਹਦੇ ਤੇ ਜਿਹੜਾ ਸੀ ਕੂੜ ਕਬਾੜ ਲੱਦ ਕੇ ਬਾਹਰ ਭੇਜਦੇ ਆ, ਦੇਖਦੇ ਆ ਹਮਲਾ ਕਰਦੇ ਆ ਕਿ ਨਹੀਂ ਕਰਦੇ। ਤੇ ਉਹ ਖੱਚਰਾਂ ਬਾਹਰ ਭੇਜੀਆਂ ਗਈਆਂ, ਉਹਨਾਂ ਤੇ ਹਮਲਾ ਕੀਤਾ ਗਿਆ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਨਹੀਂ, ਇਹਨਾਂ ਦਾ ਕੋਈ ਯਕੀਨ ਨਹੀਂ। ਫਿਰ ਸਿੱਖਾਂ ਨੇ ਕਿਹਾ ਵੀ ਨਹੀਂ, ਚਲੋ ਇਹ ਪੈਸਾ ਧੇਲਾ ਤਾਂ ਲੁੱਟ ਸਕਦੇ ਆ, ਸਾਡੇ ਨਾਲ ਗੱਲਬਾਤ ਹੋਈ ਆ ਕਿ ਤੁਸੀਂ ਨਿਕਲ ਜਾਓ, ਆਪਾਂ ਨਿਕਲ ਚੱਲੀਏ। ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੂੰ ਮੰਨਣਾ ਪਿਆ। ਰਾਤ ਦੇ ਹਨੇਰੇ ਦੇ ਵਿੱਚ ਫਿਰ ਉਹ ਜਿਹੜਾ ਸੀ ਕਿਲਾ ਛੱਡ ਕੇ, ਜਿਹੜਾ ਆਨੰਦਪੁਰ ਦਾ ਕਿਲਾ ਸੀ ਉਹ ਛੱਡ ਕੇ ਜਾਣ ਲੱਗੇ। ਰਣਨੀਤੀਆਂ ਤਿਆਰ ਕੀਤੀਆਂ ਗਈਆਂ। 50-50 ਸਿੱਖਾਂ ਦੇ ਜਥੇ ਬਣਾਏ ਗਏ। ਉਹ ਜਥਿਆਂ ਦੇ ਵਿੱਚ ਵਹੀਰ, ਬੀਬੀਆਂ, ਬੱਚੇ ਉਹ ਸੇਫ ਕਰਕੇ ਕੱਢੇ ਗਏ ਤੇ ਜਦੋਂ ਨਿਕਲਣ ਲੱਗੇ ਉਹੀ ਗੱਲ ਹੋਈ ਤੇ ਇਹ ਸਾਰੇ ਜਿਹੜੇ ਸੀ ਜ਼ਾਲਮ ਲੋਕ ਜਿਨ੍ਹਾਂ ਨੇ ਘੇਰਾ ਪਾਇਆ ਹੋਇਆ ਸੀ, ਪਹਾੜੀ ਰਾਜੇ ਵੀ ਸੀਗੇ ਤੇ ਮੁਗਲ ਸੈਨਾ ਵੀ ਸੀ, ਆਪਣੀਆਂ ਸੌਹਾਂ ਤੋਂ ਮੁਨਕਰ ਹੋ ਕੇ ਪਿੱਛੇ ਸੀ ਜਿਹੜਾ ਉਹਨਾਂ ਨੇ ਕਟਾ ਵੱਢ ਕਰਨੀ ਸ਼ੁਰੂ ਕਰ ਦਿੱਤੀ। ਕਿਹਾ ਜਾਂਦਾ ਕਿ ਤਕਰੀਬਨ 500-550 ਸਿੰਘ ਜਿਹੜਾ ਆਨੰਦਪੁਰ ਦੇ ਕਿਲੇ ਦੇ ਵਿੱਚੋਂ ਨਿਕਲਿਆ ਸੀ, ਪਰ ਝੜਪਾਂ ਹੁੰਦੀਆਂ ਸਰਸਾ ਨਦੀ ਦੇ ਕੰਢੇ ਤੇ ਪਹੁੰਚੇ ਤੇ ਉੱਥੋਂ ਪਾਰ 40 ਸਿੱਖ ਹੋਏ ਸੀ ਕੇਵਲ, ਬਾਕੀ ਸਾਰੇ ਮਾਰੇ ਗਏ ਸੀ। ਇਹਨਾਂ ਨੇ ਜਿਹੜਾ ਸੀ ਹਮਲਾ ਧੋਖੇ ਦੇ ਨਾਲ ਪਿੱਛੋਂ ਕਰ ਦਿੱਤਾ ਸੀ। ਜਦੋਂ ਸਰਸਾ ਨਦੀ ਦੇ ਮੂਹਰੇ ਸਰਸਾ ਚੜ੍ਹਿਆ ਹੋਇਆ ਸੀ ਤੇ ਸਰਸਾ ਨਦੀ ਦੇ ਕੰਢੇ ਤੇ ਪੋਹ ਦੇ ਦਿਨ ਸੀ, ਅੱਜ ਕੱਲ੍ਹ ਜਿਹੜੇ ਚੱਲ ਰਹੇ ਆ ਠੰਡ ਦੀਆਂ ਰਾਤਾਂ ਸੀ, ਤਾਂ ਉਸ ਸਮੇਂ ਦੇ ਵਿੱਚ ਸਰਸਾ ਨਦੀ ਦੇ ਕਿਨਾਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਪਰਿਵਾਰ ਗੁਰਮੁਖ ਪਿਆਰਿਓ 3 ਹਿੱਸਿਆਂ ਦੇ ਵਿੱਚ ਹੋ ਗਿਆ। ਇੱਕ ਹਿੱਸਾ ਗੁਰੂ ਕੇ ਮਹਿਲ ਤੇ ਭਾਈ ਮਨੀ ਸਿੰਘ ਜੀ ਦਿੱਲੀ ਵੱਲ ਨੂੰ ਚਲੇ ਗਏ। ਦੂਜਾ ਹਿੱਸਾ ਦਾਦੀ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਇਹ ਹਨੇਰੇ ਦੇ ਵਿੱਚ ਇੱਕ ਪਾਸੇ ਨੂੰ ਚਲੇ ਗਏ ਤੇ ਬਹੁਤ ਸਾਰੇ ਸਿੱਖ ਆ ਜਿਹੜੇ ਸਿੰਘ ਯੋਧੇ ਤੇ ਬਹੁਤ ਸਾਰਾ ਲਿਖਿਆ ਹੋਇਆ ਲਿਟਰੇਚਰ ਸਰਸਾ ਨਦੀ ਦੀ ਭੇਟ ਚੜ੍ਹ ਗਿਆ ਤੇ ਪਾਰ ਥੋੜ੍ਹੇ ਹੀ ਬੰਦੇ ਹੋਏ ਤੇ ਜਿਹੜੇ ਬੰਦੇ ਪਾਰ ਹੋਏ 40 ਸਿੱਖ ਕਿਹਾ ਜਾਂਦਾ ਤੇ ਗੁਰੂ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਤੇ ਇਹ ਜਿਹੜੇ ਸੀ ਇਹ ਨਦੀ ਆਪਣਾ ਸਰਸਾ ਨਦੀ ਨੂੰ ਪਾਰ ਕਰ ਗਏ। ਸਰਸਾ ਨਦੀ ਨੂੰ ਪਾਰ ਕਰਕੇ ਤੇ ਉਸ ਤੋਂ ਬਾਅਦ ਫਿਰ ਤੁਰੇ ਜਾਂਦੇ ਆ ਤੇ ਮਾਛੀਵਾੜੇ ਦੇ ਜਿਹੜੇ ਇਹ ਵੀ ਲਿਖਿਆ ਇਤਿਹਾਸ ਦੇ ਵਿੱਚ ਕਿ ਕੋਟਲਾ ਨਿਹੰਗ ਖਾਂ ਦੇ ਕੋਲ ਰਾਤ ਰਹੇ ਤੇ ਉੱਥੋਂ ਹੁੰਦੇ ਹੋਂਦੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਟਿੰਡ ਦਾ ਸਰਾਣਾ ਲਾ ਕੇ ਕਈ ਰਾਤਾਂ ਤੋਂ ਬਾਅਦ ਅੱਜ ਦੀ ਰਾਤ ਆ ਜਿਹੜੀ ਸੌਣ ਨੂੰ ਮਿਲੀ ਹੈ। ਗੁਰੂ ਪਾਤਸ਼ਾਹ ਜੀ ਨੇ
ਗੁਲਾਬੇ ਮਸੰਦ ਦੇ ਬਾਗ ਦੇ ਵਿੱਚ ਮਾਛੀਵਾੜੇ ਰਾਤ ਨੂੰ ਜਿਹੜਾ ਆਰਾਮ ਕੀਤਾ ਤੇ ਰੁਮਕ ਰੁਮਕ ਹਵਾ ਚੱਲ ਰਹੀ ਹੈ। ਹੱਥ ਦੇ ਵਿੱਚ ਤਲਵਾਰ ਆ, ਜਾਮਾ ਜਿਹੜਾ ਉਹ ਲੀਰੋ ਲੀਰ ਹੋਇਆ ਪਿਆ। ਐਸੀ ਹਾਲਤ ਦੇ ਵਿੱਚ ਵੀ ਉਹ ਪ੍ਰਮਾਤਮਾ ਪ੍ਰਭੂ ਦੇ ਵਾਹਿਗੁਰੂ ਦੇ ਗੀਤ ਗਾਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ। ਤੇ ਇਹ ਜਿਹੜੇ ਤਿੰਨ ਸਿੱਖ ਸੀ ਨਾਲ ਆਏ, ਜਦੋਂ ਉੱਥੇ ਚਲੇ ਗਏ, ਉੱਥੋਂ ਜਾ ਕੇ ਫਿਰ ਜਿਹੜੇ ਸਿੰਘ ਸੀ ਸਿੰਘ ਵੀ ਮਿਲ ਗਏ ਉੱਥੇ ਸਾਰੇ ਇਕੱਤਰ ਹੋ ਕੇ, ਫਿਰ ਇਕੱਠੇ ਹੋ ਕੇ ਇਹ ਚਮਕੌਰ ਦੀ ਗੜੀ ਦੇ ਵਿੱਚ ਚਲੇ ਗਏ। ਚਮਕੌਰ ਦੀ ਕੱਚੀ ਗੜੀ ਸੀ ਉਸ ਸਮੇਂ। ਉਹ ਭਾਈ ਬੁੱਧੂ ਸ਼ਾਹ ਕੋਈ ਪੁਰਾਣਾ ਗੁਰੂ ਦਾ ਪਿਆਰਾ ਸਿੱਖ ਸੀ, ਉਹਨੇ ਕਹਿੰਦੇ ਆਪਦੇ ਘਰੇ ਉਤਾਰਾ ਕਰਵਾਇਆ। ਤੇ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਸਮੇਂ ਦੇ ਹਾਲਾਤ ਨੂੰ ਦੇਖਦੇ ਹੋਏ ਕਹਿੰਦੇ ਨਹੀਂ ਭਾਈ, ਬਾਹਰਲੀ ਘੜੀ ਜਿਹੜਾ ਗੜੀ ਹੈ ਕੱਚੀ ਗੜੀ, ਉਹਦੇ ਵਿੱਚ ਸਾਡਾ ਨਿਵਾਸ ਕਰਾਇਆ ਜਾਵੇ। ਕੱਚੀ ਗੜੀ ਖੋਲ੍ਹ ਦਿੱਤੀ ਗਈ, 2 ਮੰਜ਼ਿਲੀ ਕਿਹਾ ਜਾਂਦਾ, ਮਮਟੀ ਬਣੀ ਸੀ। ਤੇ 40 ਸਿੱਖ ਤੇ ਵੱਡੇ ਸਾਹਿਬਜ਼ਾਦੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਦੇ ਵਿੱਚ ਪਹੁੰਚ ਗਏ। ਰਾਤ ਦਾ ਸਮਾਂ, ਸਿੱਖ ਥੱਕੇ ਟੁੱਟੇ ਆ ਤੇ ਸਿੱਖਾਂ ਦੇ ਦਸਤਾਰੇ ਜਿਹੜੇ ਖਿਲਰੇ ਪਏ ਆ, ਬਾਲ ਖਿਲਰੇ ਪਏ ਆ, ਥੱਕਿਆਂ ਟੁੱਟਿਆਂ ਨੂੰ ਨੀਂਦ ਆ ਗਈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਅੱਧੀ ਰਾਤੋਂ ਉੱਠੇ, ਉੱਠ ਕੇ ਸਾਰੇ ਸਿੱਖਾਂ ਨੂੰ ਪਿਆਰ ਕੀਤਾ, ਸਾਰਿਆਂ ਦੇ ਮੁਖੜੇ ਚੁੰਮੇ, ਆਪ ਪਹਿਰਾ ਦਿੱਤਾ, ਕਿਉਂਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਪਤਾ ਸੀ ਕਿ ਸਵੇਰ ਨੂੰ ਇਹ ਭਾਣਾ ਵਰਤ ਜਾਣਾ। ਕਿੰਨਾ ਕੁ ਮੁਕਾਬਲਾ ਕਰਾਂਗੇ, ਮੁਖਲਈਆ ਬਹੁਤ ਚੜ੍ਹਿਆ ਆਉਂਦਾ, ਬੜਾ ਘੇਰਾ ਪੈ ਗਿਆ। ਤੇ ਦੂਜਾ ਦਿਨ ਚੜ੍ਹਿਆ। ਦੂਜੇ ਦਿਨ ਚੜ੍ਹੇ ਤੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਐਸੀ ਰਣਨੀਤੀ ਤਿਆਰ ਕੀਤੀ, 40 ਸਿੱਖਾਂ ਨੂੰ ਬਹਾ ਕੇ ਗੁਰਮਤਾ ਕੀਤਾ। ਰਾਏ ਮਸ਼ਵਰਾ ਹੋਇਆ ਕਿ ਹੁਣ ਸ਼ਹੀਦੀਆਂ ਦਾ ਸਮਾਂ ਆ ਗਿਆ, ਇੱਥੋਂ ਨਿਕਲ ਨਹੀਂ ਸਕਦੇ, ਆਪਾਂ ਲੜ ਕੇ ਸ਼ਹੀਦ ਹੋਣਾ। ਇਹਨੂੰ ਕਿਹਾ ਜਾਂਦਾ ਸ਼ਹੀਦੀ। ਸ਼ਹੀਦੀ ਅਰਥ ਹੈ ਸਹੀ ਪਾ ਜਾਣੀ, ਆਪਣੇ ਪਿੱਛੇ ਆਉਣ ਵਾਲਿਆਂ ਦੀ ਧਰਮ ਦੇ ਰਸਤੇ ਤੇ ਚੱਲਣ ਦੇ ਵਾਸਤੇ ਰਸਤਾ ਤਿਆਰ ਕਰ ਦੇਣਾ। ਤੇ 5 ਸਿੱਖ ਤੇ 6ਵਾਂ ਉਹਨਾਂ ਦਾ ਇੱਕ ਸਰਦਾਰ ਨਾਲ ਬਣਾ ਕੇ 6 ਦਾ ਜੱਥਾ ਕਹਿੰਦੇ ਗੜੀ ਦੇ ਵਿੱਚੋਂ ਬਾਹਰ ਜਾਣ ਲੱਗਿਆ ਤੇ ਲੜ ਕੇ ਸ਼ਹੀਦ ਹੋਣ ਲੱਗੇ। ਬਹੁਤ ਸਾਰੇ ਸਿੱਖ ਸ਼ਹੀਦ ਹੋ ਚੁੱਕੇ ਸੀ, ਬਹੁਤ ਸਾਰੇ ਜਥੇ ਜਿਹੜੇ ਜਾ ਕੇ ਲੜ ਕੇ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਸੀ। ਹੁਣ ਸਮਾਂ ਆ ਗਿਆ ਬਾਬਾ ਅਜੀਤ ਸਿੰਘ ਜੀ ਦਾ। ਸਾਹਿਬਜ਼ਾਦਾ ਅਜੀਤ ਸਿੰਘ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਹੋ ਕੇ ਕਹਿਣ ਲੱਗੇ, ਗੁਰੂ ਪਾਤਸ਼ਾਹ ਜੀ ਤੁਹਾਡੇ ਪਿਆਰੇ ਸਿੱਖ ਸ਼ਹੀਦ ਹੋ ਚੁੱਕੇ ਆ, ਬਹੁਤ 2 4 5 ਸਿੱਖ ਰਹਿ ਗਏ ਆ ਤੁਹਾਡੇ, ਹੁਣ ਸਾਡੀ ਵਾਰੀ ਹੈ। ਮੇਰਾ ਖੂਨ ਖੌਲਦਾ ਕਿ ਮੈਂ ਸ਼ਹੀਦੀ ਪਾਵਾਂ, ਮੈਨੂੰ ਤਿਆਰ ਕਰੋ, ਮੈਨੂੰ ਆਗਿਆ ਦਿੱਤੀ ਜਾਵੇ ਮੈਦਾਨੇ ਜੰਗ ਦੇ ਵਿੱਚ ਜਾਣ ਦੀ। ਗੁਰੂ ਪਾਤਸ਼ਾਹ ਜੀ ਨੇ ਉਮਰ ਕਿੰਨੀ ਆ ਗੁਰਮੁਖ ਪਿਆਰਿਓ? 18 ਸਾਲ। 18 ਸਾਲ ਨੌਜਵਾਨ ਮੁੱਛ ਫੁੱਟਦੀ ਬੱਚਾ। ਆਪਣੇ ਬੱਚਿਆਂ ਵੱਲ ਨਿਗਾਹ ਮਾਰ ਕੇ ਦੇਖ ਲਈਏ, ਇਤਿਹਾਸ ਸੁਣਾਉਣ ਦਾ ਮਤਲਬ ਇਹ ਹੁੰਦਾ ਕਿ ਅਸੀਂ ਮਹਿਸੂਸ ਕਰ ਸਕੀਏ। ਇਤਿਹਾਸ ਤਾਂ ਮੇਰੇ ਤੋਂ ਬਹੁਤ ਵਧੀਆ ਸੁਣਾ ਸਕਦੇ ਆ, ਪਰ ਗੱਲ ਇਹ ਹੈ ਕਿ ਮਹਿਸੂਸ ਕਰਨਾ, ਆਪਾਂ ਨੇੜੇ ਜਾ ਕੇ ਮਹਿਸੂਸ ਕਰੀਏ ਕਿ ਕੀ ਹਾਲਤ ਹੋਵੇਗੀ। ਇੱਕ ਪਿਤਾ 18 ਸਾਲ ਦੇ ਪੁੱਤਰ ਨੂੰ ਜੰਗ ਦੇ ਵਿੱਚ ਸ਼ਹੀਦ ਹੋਣ ਵਾਸਤੇ ਧੋ ਰਿਹਾ। ਬਾਬਾ ਅਜੀਤ ਸਿੰਘ ਜੀ ਨੂੰ ਤੋਰਿਆ ਗਿਆ। ਬਾਬਾ ਅਜੀਤ ਸਿੰਘ ਜੀ ਬਹੁਤ ਬਹਾਦਰੀ ਦੇ ਨਾਲ ਲੜੇ। ਆਖਰ ਦੇ ਵਿੱਚ ਜਿਹੜਾ ਨੇਜਾ ਸੀ ਉਹ ਕਿਸੇ ਸੂਰਮੇ ਦੀ ਹਿੱਕ ਦੇ ਵਿੱਚ ਮਾਰਿਆ ਤੇ ਉਹਦੇ ਸੰਜੋਅ ਪੈਣੀ ਹੋਈ ਸੀ। ਮੂਹਰਿਓਂ ਵਰਸ਼ਾ ਸੀ ਜਿਹੜਾ ਵਾਹਿਗੁਰੂ ਵਰਸ਼ਾ ਸੂਰਮੇ ਨੇ ਦੁਸ਼ਮਣ ਦੀ ਸੰਜੋਅ ਦੇ ਵਿੱਚ ਮਾਰਿਆ। ਲੜਦਿਆਂ ਤੇ ਉਹ ਵਰਸ਼ੇ ਦਾ ਮੂਹਰਲੀ ਜਿਹੜੀ ਨੋਕ ਸੀ, ਤਿੱਖਾ ਸੀ, ਜਿਹੜਾ ਲੋਹਾ ਲੱਗਿਆ ਹੁੰਦਾ, ਉਹ ਟੁੱਟ ਗਿਆ। ਕੱਲੀ ਸੋਟੀ ਰਹਿ ਗਈ। ਸੋਟੀ ਦੇ ਨਾਲ ਜਿੰਨਾ ਜੂਝ ਸਕਦੇ ਸੀ, ਜਿੰਨਾ ਲੜ ਸਕਦੇ ਸੀ, ਲੜੇ। ਤੇ ਅਖੀਰ ਦੇ ਵਿੱਚ ਤੀਰਾਂ ਤਲਵਾਰਾਂ ਦੇ ਅਨੇਕਾਂ ਫੱਟ ਲੱਗੇ ਤੇ ਬਾਬਾ ਅਜੀਤ ਸਿੰਘ ਜੀ ਦਾ ਸਰੀਰ ਤਨ ਰਣ ਭੂਮੀ ਦੇ ਵਿੱਚ ਢਹਿ ਢੇਰੀ ਹੋ ਗਿਆ ਤੇ ਆਤਮਾ ਦਾਦਾ ਜੀ ਦੇ ਬੁੱਕਲ ਦੇ ਵਿੱਚ ਜਾ ਬਿਰਾਜਮਾਨ ਹੋਈ। ਆਤਮਾ ਜਿਹੜੀ ਹੈ ਪ੍ਰਮਾਤਮਾ ਦੇ ਨਾਲ ਜਾ ਮਿਲੀ ਤੇ ਇਸ ਤਰ੍ਹਾਂ ਬਾਬਾ ਜੀ ਦੀ ਸ਼ਹੀਦੀ ਹੁੰਦੀ ਹੈ। ਜਦੋਂ ਬਾਬਾ ਅਜੀਤ ਸਿੰਘ ਜੀ ਦੀ ਸ਼ਹੀਦੀ ਹੋਈ ਤੇ ਬਾਬਾ ਜੁਝਾਰ ਸਿੰਘ ਜੀ ਮਮਟੀ ਦੇ ਉੱਪਰ ਬੈਠੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਬੁੱਕਲ ਵਿੱਚ ਬੈਠੇ ਕਹਿੰਦੇ ਸਾਰਾ ਦ੍ਰਿਸ਼ ਦੇਖ ਰਹੇ ਸੀ।
ਜਦੋਂ ਭਰਾ ਡਿੱਗਿਆ ਜੂਝਿਆ ਤੇ ਉਦੋਂ ਹੀ ਕਹਿੰਦੇ ਠੰਡ ਦਾ ਸਮਾਂ ਸੀ ਤੇ ਉਦੋਂ ਹੀ ਬਾਬਾ ਜੁਝਾਰ ਸਿੰਘ ਜੀ ਨੇ ਕਿਹਾ, ਪਿਤਾ ਜੀ ਬਸ ਹੁਣ ਨਹੀਂ ਮੇਰੇ ਤੋਂ ਰਿਹਾ ਜਾ ਸਕਦਾ, ਮੈਨੂੰ ਖਾਣਾ ਪੀਣਾ ਚੰਗਾ ਨਹੀਂ ਲੱਗਦਾ, ਮੈਂ ਤਾਂ ਭਰਾ ਦੇ ਮਗਰੇ ਹੀ ਸ਼ਹੀਦ ਹੋਣਾ, ਮੈਨੂੰ ਵੀ ਤਿਆਰ ਕਰੋ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ 14 ਸਾਲ ਦੇ ਜੁਝਾਰ ਸਿੰਘ ਦਾ ਮੱਥਾ ਚੁੰਮਿਆ ਤੇ ਤਿਆਰ ਕਰਕੇ ਰਣ ਭੂਮੀ ਵੱਲ ਨੂੰ ਤੋਰ ਦਿੱਤਾ। 14 ਸਾਲ ਦਾ ਬੱਚਾ ਬੜੀ ਬਹਾਦਰੀ ਦੇ ਨਾਲ ਲੜਿਆ, ਨੌਜਵਾਨ ਵੀ ਕਹਿ ਸਕਦੇ ਹਾਂ ਆਪਾਂ, ਟੀਨ ਏਜ 14 ਸਾਲ ਦੀ ਕਿੰਨੀ ਕੁ ਉਮਰ ਆ, ਜਿੰਨੀ ਆਪਣੀ ਜ਼ੋਰ ਸੀ ਸਾਰਾ ਲਾਇਆ, ਆਪਣਾ ਸਿਦਕ ਕਾਇਮ ਰੱਖਿਆ ਤੇ ਅਖੀਰ ਦੇ ਵਿੱਚ ਜਿਹੜੀ ਫੌਜ ਵੱਡੀ ਸੀ ਬਹੁਤ ਸਾਰੇ ਟੱਕ ਲੱਗ ਕੇ ਬਾਬਾ ਜੁਝਾਰ ਸਿੰਘ ਜੀ ਵੀ ਜਿਹੜੇ ਸ਼ਹੀਦ ਹੋ ਗਏ। ਜਦੋਂ ਦੋਨੋਂ ਸਾਹਿਬਜ਼ਾਦੇ ਸ਼ਹੀਦ ਹੋ ਗਏ ਗੁਰਮੁਖ ਪਿਆਰਿਓ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉੱਪਰ ਮਮਟੀ ਤੇ ਬੈਠ ਕੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ। ਧੰਨ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਤੁਹਾਡਾ ਜੇਰਾ। ਤੇ ਜਦੋਂ ਦੋਨੋਂ ਸਾਹਿਬਜ਼ਾਦੇ ਸ਼ਹੀਦ ਹੋ ਗਏ, ਫਿਰ ਜਿਹੜੇ 2 ਸਿੰਘ ਬਚੇ ਸੀਗੇ, ਭਾਈ ਦਇਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ, ਉਹ ਕਹਿਣ ਲੱਗੇ ਬਈ ਗੁਰੂ ਪਾਤਸ਼ਾਹ ਜੀ ਵੀ ਹੁਣ ਸਮਾਂ ਇਹ ਆ ਗਿਆ ਕਿ ਹੁਣ ਇੱਥੇ ਸਾਰਾ ਕੁਝ ਆਪਣਾ ਖਤਮ ਹੋ ਜਾਣਾ, ਆਪਾਂ ਨਿਕਲ ਨਹੀਂ ਸਕਦੇ। ਜੇ ਹੋਵੇ, ਜੇ ਸਾਡੀ ਗੱਲ ਮੰਨ ਲਓ ਤਾਂ ਤੁਸੀਂ ਇੱਥੋਂ ਚਲੇ ਜਾਓ, ਅਸੀਂ ਸ਼ਹੀਦ ਹੋ ਜਾਂਦੇ ਹਾਂ, ਤੁਸੀਂ ਫੌਜ ਹੋਰ ਤਿਆਰ ਕਰ ਸਕਦੇ ਹੋ। ਇੱਕ ਜਗ ਦਾ ਦੀਵਾ ਹੋਰ ਦੀਵਿਆਂ ਨੂੰ ਜਗਾ ਸਕਦਾ, ਬੁਝੇ ਹੋਏ ਦੀਵੇ ਕਿਸੇ ਦੀਵੇ ਨੂੰ ਜਿਹੜਾ ਹੈ ਇਕੱਠੇ ਹੋ ਕੇ ਨਹੀਂ ਜਗਾ ਸਕਦੇ। ਇਸ ਕਰਕੇ ਤੁਸੀਂ ਸਿੱਖ ਤਿਆਰ ਕਰ ਲਓਗੇ, ਤੁਸੀਂ ਫੌਜ ਹੋਰ ਤਿਆਰ ਕਰ ਲਓਗੇ। ਇਸ ਕਰਕੇ ਉਹਨਾਂ ਨੇ ਫਿਰ ਜਿਹੜੀ ਹੈ ਬੇਨਤੀ ਕੀਤੀ। ਬੇਨਤੀ ਕਹਿੰਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਮੰਨੀ ਨਹੀਂ, ਵੀ ਨਹੀਂ ਇਹ ਨਹੀਂ ਹੋ ਸਕਦਾ, ਮੈਂ ਛੱਡ ਕੇ ਨਹੀਂ ਜਾ ਸਕਦਾ। ਫਿਰ ਗੁਰਮੁਖ ਪਿਆਰਿਆਂ ਨੇ ਮਤਾ ਪਾਸ ਕੀਤਾ, 5 ਜਾਣਿਆਂ ਨੇ ਇਕੱਤਰ ਹੋ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਹੁਕਮ ਕੀਤਾ ਕਿ ਅਸੀਂ 5 ਪਿਆਰੇ ਹੁਕਮ ਕਰਦੇ ਹਾਂ ਕਿ ਤੁਸੀਂ ਇਹ ਜਿਹੜੀ ਚਮਕੌਰ ਦੀ ਗੜੀ ਆ ਨਾ, ਇਹ ਛੱਡ ਕੇ ਚਲੇ ਜਾਓ, ਇੱਥੋਂ ਨਿਕਲ ਜਾਓ, ਤੁਸੀਂ ਨਹੀਂ ਇੱਥੇ ਰਹਿ ਸਕਦੇ, ਅਸੀਂ ਸ਼ਹੀਦੀਆਂ ਪਾਵਾਂਗੇ। ਤੇ ਫਿਰ ਸਕੀਮ ਬਣੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਗੜੀ ਚੋਂ ਨਿਕਲੇ, ਚਮਕੌਰ ਦੀ ਗੜੀ ਚੋਂ, ਤੇ ਜਿਹੜਾ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ, ਇਹ 3 ਜਾਣੇ ਇੱਕ ਪਾਸੇ ਦੀ ਨਿਕਲੇ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇੱਕ ਪਾਸੇ ਦੀ ਨਿਕਲੇ। ਤੇ ਇਹ ਜਿਹੜਾ ਮਿਲਣ ਦਾ ਜਿਹੜਾ ਸਮਾਂ ਸੀ ਇਹ ਤਿਆਰ ਕੀਤਾ ਗਿਆ, ਇਹ ਜਿਹੜਾ ਸਮਾਂ ਬਣਾਇਆ ਗਿਆ ਕਿ ਤਾਰਿਆਂ ਦੇ ਹਿਸਾਬ ਨਾਲ ਆਪਾਂ ਮਿਲਾਂਗੇ। ਉਹ ਮਾਛੀਵਾੜੇ ਦੇ ਜੰਗਲ ਦੇ ਵਿੱਚ ਫਿਰ ਇੱਥੇ ਆ ਕੇ ਮਿਲੇ। ਮਾਛੀਵਾੜੇ ਦੇ ਜੰਗਲ ਦੇ ਵਿੱਚ ਤਾਰਿਆਂ ਦੇ ਹਿਸਾਬ ਨਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇੱਥੇ ਆ ਕੇ ਮਿਲੇ। ਤੇ ਇੱਥੇ ਆ ਕੇ ਉਹ ਗੀਤ ਜਿਹੜਾ ਗਾਇਆ ਪ੍ਰਭੂ ਪਰਮਾਤਮਾ ਦੇ ਪਿਆਰ ਦੇ ਵਿੱਚ ਕਿ ਯਾਰੜੇ ਦਾ ਸਾਨੂੰ ਸੱਥਰ ਚੰਗਾ, ਬਿੰਗ ਕਸਾਈਆਂ ਦਾ ਸਹਿਣਾ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ। ਤੇ ਜਿਹੜਾ ਰਾਤ ਨੂੰ ਤਾੜੀ ਮਾਰ ਕੇ ਨਿਕਲੇ, ਤਾੜੀ ਸਾਹਿਬ ਗੁਰਦੁਆਰਾ ਵੀ ਬਣਿਆ ਹੋਇਆ। ਤੇ ਉਧਰੋਂ ਜਿਹੜੇ ਆ ਕੇ 3 ਸਿੰਘ ਸੀ ਉਹ ਮਿਲ ਗਏ ਰਾਤ ਨੂੰ। ਜਾਮਾ ਲੀਰੋ ਲੀਰ ਹੋਇਆ ਪਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ। ਇਹ ਵੀ ਕਿਹਾ ਜਾਂਦਾ ਕਿ ਘਨੇੜਿਆਂ ਤੇ ਚੱਕ ਕੇ ਇਹਨਾਂ ਨੇ ਪਿਆਰਿਆਂ ਨੇ ਗੁਰੂ ਸਾਹਿਬ ਜੀ ਦਾ ਇਸ਼ਨਾਨ ਕਰਾਇਆ। ਤੇ ਫਿਰ ਦਿਨ ਚੜ੍ਹਨ ਵਾਲਾ ਸੀ, ਸਕੀਮ ਬਣਾਈ ਗਈ। ਭਾਈ ਗਨੀ ਖਾਂ ਤੇ ਭਾਈ ਨਵੀ ਖਾਂ ਵੀ ਉੱਥੇ ਪਹੁੰਚ ਗਏ, ਪਿਆਰੇ ਸਿੱਖ ਜੋ ਮੁਸਲਮਾਨ ਸੀਗੇ ਪਿਆਰ ਕਰਨ ਵਾਲੇ। ਫਿਰ ਇਹ ਸਾਰਿਆਂ ਨੇ ਸਕੀਮ ਬਣਾ ਕੇ ਭਾਈ ਗਨੀ ਖਾਂ ਤੇ ਭਾਈ ਨਵੀ ਖਾਂ ਮੂਹਰੇ ਲੱਗੇ ਤੇ ਦੋਨੇ ਆਪਣੇ ਪਿਆਰੇ ਭਾਈ ਦਇਆ ਸਿੰਘ, ਧਰਮ ਸਿੰਘ ਤੇ ਮਾਨ ਸਿੰਘ ਇਹ 2 ਪਿੱਛੇ ਲੱਗੇ ਤੇ ਇੱਕ ਜਣਾ ਚੌਰ ਕਰਨ ਲੱਗ ਗਿਆ। ਸਕੀਮ ਬਣਾਈ ਕਿ ਉੱਚ ਦਾ ਪੀਰ ਬਣਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੂੰ ਇੱਥੋਂ ਕੱਢਿਆ ਜਾਵੇ। ਇਸੇ ਤਰ੍ਹਾਂ ਹੀ ਕੀਤਾ। ਦੂਜੇ ਦਿਨ ਇਸ਼ਨਾਨ ਕਰਾਇਆ ਗਿਆ ਗੁਰੂ ਪਾਤਸ਼ਾਹ ਜੀ ਦਾ। ਨੀਲਾ ਚੋਲਾ ਪਾਇਆ ਤੇ ਜਿਹੜੇ ਬਾਲ ਸੀ ਪਿੱਛੇ ਨੂੰ ਸਿੱਟ ਦਿੱਤੇ ਗਏ ਤੇ ਵੱਡਾ ਲੈ ਕੇ ਉਹ ਮੰਜਾ ਟਾਈਪ ਆਪਾਂ ਪਲੰਗ ਕਹਿ ਦਈਏ, ਪਲੰਗ ਲੈ ਕੇ 4 ਜਾਣਿਆਂ ਨੇ ਮੋਢੇ ਤੇ ਚੱਕ ਕੇ ਉੱਚ ਦਾ ਪੀਰ ਬਣਾ ਕੇ ਚੌਰ ਕਰਦੇ ਕਰਦੇ
ਤੁਰ ਪਏ, ਲੈ ਕੇ ਨਿਕਲ ਗਏ। ਆਲਮਗੀਰ ਹੁੰਦੇ ਹੋਏ ਹੇਰਾ ਪਿੰਡ ਆਏ। ਹੇਰਾ ਪਿੰਡ ਦਾ ਮਹੰਤ ਸੀ ਕਿਰਪਾਲ ਦਾਸ, ਜਿਹਨੇ ਕੁੱਤਕਾ ਮਾਰ ਕੇ ਉੱਥੇ ਇੱਕ ਜਰਨੈਲ ਨੂੰ ਮਾਰਤਾ ਸੀ। ਉਹਦੇ ਕੋਲੇ ਰਹੇ ਥੋੜ੍ਹਾ ਸਮਾਂ ਰਹਿ ਕੇ ਫਿਰ ਉਹਦੀ ਜਿਹੜੇ ਅੰਦਰ ਦੀ ਹਾਲਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜਾਣ ਲਿਆ ਕਿ ਮਹੰਤ ਡਰਦਾ ਸਮੇਂ ਦੇ ਹਾਕਮਾਂ ਤੋਂ, ਤਾਂ ਮਹੰਤ ਤੋਂ ਇੱਕ ਘੋੜੀ ਲੈ ਕੇ ਅੱਗੇ ਨੂੰ ਚਲੇ ਗਏ। ਫਿਰ ਰਾਏਕੋਟ, ਰਾਏ ਕੱਲੇ ਦੇ ਆ ਕੇ, ਉਹ ਪਿਆਰ ਵਾਲਾ ਸੀ, ਗੁਰੂ ਸਾਹਿਬ ਜੀ ਦੇ ਮਲੇਰਕੋਟਲੇ ਆ ਕੇ ਰਹੇ। ਰਾਏ ਕੱਲੇ ਨੇ ਫਿਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਰਾਏਕੋਟ ਤੋਂ ਥੋੜ੍ਹਾ ਉਰਲੇ ਪਾਸੇ ਆ ਲੰਮੇ ਜੱਟਪੁਰੇ ਪਿੰਡ ਆ, ਇੱਥੇ ਸੀ ਜਿਹੜਾ ਉਹਨਾਂ ਦਾ ਵਿਸ਼ਰਾਮ ਕਰਾਇਆ। 21-22 ਦਿਨ ਇੱਥੇ ਰਹੇ। ਇਹਨਾਂ ਦਿਨਾਂ ਦੇ ਦੌਰਾਨ ਹੀ ਗੁਰਮੁਖ ਪਿਆਰਿਓ ਆਪਣੇ ਪਿੰਡ ਅਖਾੜੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਚਰਨ ਪਾਏ ਆ, ਕਿਹਾ ਜਾਂਦਾ ਉਹ ਇਸੇ ਸਮੇਂ ਹੋ ਸਕਦੇ ਆ ਗੁਰੂ ਪਾਤਸ਼ਾਹ ਜੀ ਨੇ ਚਰਨ ਪਾਏ ਹੋਣ। ਤੇ 21-22 ਦਿਨ ਰਹਿ ਕੇ ਫਿਰ ਜਫਰਨਾਮੇ ਦੀਨੇ ਕਾਂਗੜ ਵੱਲ ਨੂੰ ਚਲੇ ਗਏ, ਜਫਰਨਾਮਾ ਲਿਖਿਆ। ਫਿਰ ਉਸ ਤੋਂ ਬਾਅਦ ਮੁਕਤਸਰ ਦਾ ਯੁੱਧ ਹੋਇਆ। ਮੁਕਤਸਰ ਦੇ ਯੁੱਧ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਹਜੂਰ ਸਾਹਿਬ ਚਲੇ ਗਏ। ਹਜੂਰ ਸਾਹਿਬ ਜਾ ਕੇ ਫਿਰ ਪਰਲੋਕ ਗਮਨ, ਸੱਚਖੰਡ ਗਮਨ ਕਰ ਗਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ। ਤੇ ਉਹਨਾਂ ਦੇ ਸਾਹਿਬਜ਼ਾਦੇ ਇਸ ਤਰ੍ਹਾਂ ਸ਼ਹੀਦ ਹੋਏ। ਜਦੋਂ ਚਮਕੌਰ ਦੀ ਗੜੀ ਕਹਿੰਦੇ ਛੱਡਣ ਲੱਗੇ ਨਾ, ਜਦੋਂ ਛੱਡਣ ਲੱਗਿਆ ਤਾਂ ਇਤਿਹਾਸਕਾਰ ਨੇ, ਇੱਕ ਕਵੀ ਨੇ ਬੜਾ ਸੋਹਣਾ ਲਿਖਿਆ, ਕੁਝ ਲਾਈਨਾਂ ਮੈਂ ਸੁਣਾਉਣ ਲੱਗਿਆ। ਕਹਿੰਦੇ ਉਹ ਸਮਾਂ ਕਿਹੋ ਜਿਹਾ ਸੀ। ਅੰਬਰ ਉੱਤੇ ਤਾਰੇ ਟੁੱਟੇ, ਅੰਬਰ ਉੱਤੇ ਤਾਰੇ ਟੁੱਟੇ, ਸਮਾਂ ਇਹ ਨਾਜ਼ੁਕ ਆਵਣ ਲੱਗਾ, ਸੁੱਤੇ ਸਿੰਘ ਪਿਆਰਿਆਂ ਤਾਈਂ ਸਤਿਗੁਰ ਛੱਡ ਕੇ ਜਾਵਣ ਲੱਗਾ। ਲੋਥਾਂ ਵਿੱਚੋਂ ਸੀਸ ਨੇ ਚੁੱਕੇ, ਸਾਹਿਬ ਸੀਨੇ ਲਾਵਣ ਲੱਗਾ, ਅਜੀਤ ਸਿੰਘ ਦੀ ਲਿਬੜੀ ਦੇਹ ਨੂੰ ਦਇਆ ਸਿੰਘ ਸੀਸ ਨਵਾਵਣ ਲੱਗਾ। ਕਮਰ ਕਸਾ ਉਹ ਲਾ ਕੇ ਲੱਕ ਤੋਂ, ਉਸ ਦੇ ਉੱਤੇ ਪਾਵਣ ਲੱਗਾ, ਹੱਥ ਪਕੜ ਕੇ ਸਾਹਿਬ ਮੇਰਾ ਮੁਖੋਂ ਇੰਜ ਫਰਮਾਵਣ ਲੱਗਾ। ਇੱਕੋ ਜਿਹੇ ਸ਼ਹੀਦ ਨੇ ਮੈਨੂੰ ਕਹਿ ਕੇ ਰੂਹ ਤੜਫਾਵਣ ਲੱਗਾ, ਕਫਨ ਪਾਓ ਜਾਂ ਸਭ ਦੇ ਉੱਤੇ, ਜਾਂ ਫਿਰ ਕਿਸੇ ਦੀ ਬਾਤ ਨਾ ਪੁੱਛੋ, ਚਿੜੀਆਂ ਕਾਂ ਵੀ ਛਮ ਛਮ ਰੋਏ, ਬੰਦੇ ਦੀ ਤਾਂ ਜਾਤ ਨਾ ਪੁੱਛੋ। ਫਿਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕੀ ਫਰਮਾਨ ਕੀਤਾ। ਕਹਿੰਦੇ ਮੈਨੂੰ ਰਤਾ ਪ੍ਰਵਾਹ ਨਹੀਂ ਇਸ ਗੱਲ ਦੀ, ਮੈਨੂੰ ਭਾਵੇਂ ਕੋਈ ਰਣ ਦਾ ਚੋਰ ਸਮਝੇ, ਮੈਂ ਇਹ ਨਾ ਸੁਣਾ ਗੋਬਿੰਦ ਸਿੰਘ ਨੇ ਪੁੱਤ ਹੋਰ ਸਮਝੇ ਤੇ ਸਿੱਖ ਹੋਰ ਸਮਝੇ, ਕਿ ਮੈਂ ਇਹ ਨਹੀਂ ਬਰਦਾਸ਼ਤ ਕਰ ਸਕਦਾ ਕਿ ਸਿੱਖਾਂ ਨੂੰ ਪਿਆਰ ਪੁੱਤਾਂ ਨਾਲੋਂ ਘੱਟ ਕੀਤਾ। ਐਸੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਸਨ। ਸੋ ਇੱਕ ਪਰਿਵਾਰ ਦਾ ਹਿੱਸਾ ਦਿੱਲੀ ਨੂੰ ਚਲਿਆ ਗਿਆ, ਦੂਜੇ ਪਰਿਵਾਰ ਦਾ ਹਿੱਸਾ ਜਿਹੜਾ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋ ਕੇ ਇੱਧਰ ਦੀ ਹੁੰਦੇ ਹੋਏ, ਦੀਨਾ ਕਾਂਗੜ ਵਿੱਚ ਦੀ ਹੁੰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਹਜ਼ੂਰ ਸਾਹਿਬ ਪਹੁੰਚ ਕੇ ਪਰਲੋਕ ਗਮਨ ਕਰ ਗਏ। ਤੇ ਤੀਜਾ ਪਰਿਵਾਰ ਦਾ ਹਿੱਸਾ ਗੁਰਮੁਖ ਪਿਆਰਿਓ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ, ਇਹ ਸਰਸਾ ਪਾਰ ਨਹੀਂ ਕਰ ਸਕੇ। ਮਾਤਾ ਛੋਟੇ ਬੱਚਿਆਂ ਨੂੰ ਹਨੇਰੇ ਦੇ ਵਿੱਚ ਲੈ ਕੇ ਤੁਰੀ ਜਾ ਰਹੀ ਹੈ। ਕੰਮੋਂ ਮਾਸ਼ਕੀ ਦੀ ਝੁੱਗੀ ਆ ਗਈ। ਮਾਤਾ ਜੀ ਨੇ ਆਵਾਜ਼ ਮਾਰੀ, ਕੋਈ ਹੈ? ਕੰਮੋਂ ਮਾਸ਼ਕੀ ਬਾਹਰ ਆਇਆ, ਦੇਖਿਆ, ਹਾਲਤ ਦੇਖੀ, ਕਿਉਂਕਿ ਉਹ ਮਾਸ਼ਕੀ ਮੱਛੀਆਂ ਫੜਨ ਵਾਲਾ ਸੀ, ਉਹਦੇ ਕਿਨਾਰੇ 'ਤੇ ਝੁੱਗੀ ਹੋਵੇਗੀ ਤਾਂ ਗੁਰੂ ਪਾਤਸ਼ਾਹ ਜੀ ਨੂੰ ਜਾਣਦਾ ਸੀ। ਹਾਲਤ ਦੇਖ ਕੇ ਕੰਮੂ ਮਾਸ਼ਕੀ ਨੇ ਗਰੀਬ ਹੋਣ ਦੇ ਨਾਤੇ ਬੜਾ ਪਿਆਰ ਸਤਿਕਾਰ ਕੀਤਾ ਤੇ ਸਾਹਿਬਜ਼ਾਦਿਆਂ ਦੀ ਰਾਤ ਕਟਾਈ। ਉਸ ਤੋਂ ਬਾਅਦ ਕੰਮੂ ਮਾਸ਼ਕੀ ਦੂਜੇ ਦਿਨ ਕਹਿੰਦੇ ਦੇਖਣ ਚਲਿਆ ਗਿਆ, ਮੈਂ ਮਾਤਾ ਕੋਈ ਸਿੱਖ ਦੇਖ ਕੇ ਆਉਣਾ, ਮੈਂ ਇੰਨੇ ਜੋਗਾ ਹੈ ਨਹੀਂ, ਕੋਈ ਸਿੱਖ ਆਪਾਂ ਦੇ ਮੈਂ ਪਤਾ ਕਰਕੇ ਆਉਣਾ, ਜੇ ਕੋਈ ਮਿਲ ਗਿਆ ਤਾਂ ਮੈਂ ਗੱਲਬਾਤ ਕਰੂੰਗਾ। ਕਹਿੰਦੇ ਦੇਖਣ ਗਿਆ, ਫਿਰ ਉੱਥੇ ਗੰਗੂ ਬ੍ਰਾਹਮਣ ਮਿਲ ਗਿਆ ਸੀ। ਜਦੋਂ ਗੰਗੂ ਬ੍ਰਾਹਮਣ ਨਾਲ ਗੱਲ ਹੋਈ, ਕੰਮੂ ਮਾਸ਼ਕੀ ਨੇ ਵਿਚਾਰੇ ਨੇ ਇਹ ਸੋਚ ਕੇ ਕੰਮੂ ਬ੍ਰਾਹਮਣ ਨੂੰ, ਜਿਹੜਾ ਗੰਗੂ ਬ੍ਰਾਹਮਣ ਨੂੰ ਸਾਰਾ ਕੁਝ ਦੱਸ ਦਿੱਤਾ ਸੀ ਕਿ ਇਹ ਸਿੱਖ ਆ, ਗੁਰੂ ਘਰ ਦਾ ਰਸੋਈਆ ਰਿਹਾ, ਕਿ ਮਾਤਾ ਜੀ ਤੇ ਸਾਹਿਬਜ਼ਾਦੇ ਮੇਰੇ ਘਰ ਦੇ ਵਿੱਚ ਆ। ਕੰਮੂ ਮਾਸ਼ਕੀ ਦਾ ਧੰਨਵਾਦ ਕਰਦੇ ਹੋਏ ਗੰਗੂ ਬ੍ਰਾਹਮਣ ਮਾਤਾ ਜੀ ਨੂੰ ਆਪਣੇ ਘਰ ਨੂੰ ਲੈ ਗਿਆ। ਹੁਣ ਪਹਿਲਾਂ ਰਸੋਈਆ ਰਿਹਾ ਸੀ, ਮਾਤਾ ਜੀ ਨੂੰ ਕਹਿੰਦਾ, ਮਾਤਾ ਜੀ ਆਓ, ਕੋਈ ਨਾ, ਆਹੀ ਸਮਾਂ ਔਖਾ ਸਮਾਂ ਜਿਹੜਾ ਕੰਮ ਆਉਣ ਦਾ, ਇਹ ਮੈਂ ਨਾ ਕੰਮ ਆਊਂਗਾ,
ਤਾਂ ਹੋਰ ਕੌਣ ਕੰਮ ਆਊਗਾ। ਇਸ ਕਰਕੇ ਮੇਰੇ ਘਰ ਤੁਸੀਂ ਚੱਲੋ। ਤੇ ਮਾਤਾ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਆਪਦੇ ਘਰ ਲੈ ਗਿਆ। ਘਰ ਲਿਜਾ ਕੇ ਜਦੋਂ ਕਹਿੰਦੇ ਤੁਰਨ ਲੱਗੇ ਨਾ, ਕੰਮੂ ਮਾਸ਼ਕੀ ਨੂੰ, ਤੇ ਕੰਮੂ ਮਾਸ਼ਕੀ ਦੇ ਗੁਆਂਢ ਦੇ ਵਿੱਚ ਕੋਈ ਬ੍ਰਾਹਮਣ ਬੀਬੀ ਰਹਿੰਦੀ ਸੀ, ਉਹਨੇ ਪ੍ਰਸ਼ਾਦਾ ਤਿਆਰ ਕਰਕੇ ਦਿੱਤਾ ਸੀ ਬੱਚਿਆਂ ਨੂੰ। ਥੋੜ੍ਹੀਆਂ ਥੋੜ੍ਹੀਆਂ ਕਹਿੰਦੇ ਮਾਤਾ ਜੀ ਨੇ ਨਾ ਮੋਹਰਾਂ ਕੱਢ ਕੇ ਉਹਨਾਂ ਨੂੰ ਦੋਨਾਂ ਨੂੰ ਦੇ ਦਿੱਤੀਆਂ। ਤੇ ਉਹ ਮੋਹਰਾਂ ਗੰਗੂ ਬ੍ਰਾਹਮਣ ਦੇਖ ਕੇ ਦਿਲ ਬੇਈਮਾਨ ਹੋ ਗਿਆ। ਕਬੂ ਜੀੜਾ ਉਬ ਚੜ੍ਹਤ ਹੈ, ਕਬੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਟਾਂ ਪਾਲੇ। ਲੋਭ ਦੀ ਲਹਿਰ ਉੱਠ ਖੜੀ ਗੰਗੂ ਬ੍ਰਾਹਮਣ ਦੇ ਅੰਦਰ, ਤੇ ਨਰਕਾਂ ਵਾਲੇ ਪਾਸੇ ਨੂੰ ਜਾਣ ਦੀ ਤਿਆਰੀ ਹੋ ਗਈ ਸਮਝ ਲਓ। ਤੇ ਉਹ ਮਾਇਆ ਤੋਂ ਪ੍ਰਭਾਵਿਤ ਹੋ ਗਿਆ, ਮਾਤਾ ਜੀ ਨੂੰ ਲੈ ਗਿਆ। ਤੇ ਰਾਤ ਨੂੰ ਮੋਹਰਾਂ ਦੀ ਥੈਲੀ ਸੀ ਜਿਹੜੀ ਖਿਸਕਾ ਲਈ। ਮਾਤਾ ਜੀ ਨੂੰ ਪਤਾ ਲੱਗ ਗਿਆ। ਮਾਤਾ ਜੀ ਨੇ ਬੜੇ ਪਿਆਰ ਨਾਲ ਦੂਜੇ ਦਿਨ ਕਿਹਾ, ਗੰਗੂ ਆ ਬੇਟਾ ਪੁੱਤਰਾ, ਮੈਂ ਦੇਖਿਆ ਤੂੰ ਰਾਤ ਇਹ ਥੈਲੀ ਸਾਂਭਤੀ, ਚੱਲ ਚੰਗਾ ਕੀਤਾ ਪੁੱਤ, ਐਵੇਂ ਕੋਈ ਲੈ ਜਾਂਦਾ ਵਧੀਆ ਹੈ। ਕਿਹੜੀ ਥੈਲੀ ਮਾਂ? ਮਾਤਾ ਜੀ ਨੇ ਤਾਂ ਉਸ ਹਿਸਾਬ ਨਾਲ ਕਿਹਾ ਕਿ ਗੁੱਸਾ ਵੀ ਨਾ ਕਰ ਜਾਵੇ, ਪਤਾ ਵੀ ਲੱਗ ਗਿਆ ਸਾਰਾ ਕੁਝ। ਤੇ ਜਦੋਂ ਚੋਰ ਕਹਿੰਦੇ ਮੌਕੇ ਤੋਂ ਫੜਿਆ ਜਾਵੇ ਫਿਰ ਹਾਲਤ ਕੈਸੀ ਹੋ ਜਾਂਦੀ ਹੈ। ਭੜਕ ਪਿਆ, ਫਿਰ ਬਸ ਸਭਾ ਤਬਾ ਲੱਗ ਗਿਆ ਬੋਲਣ, ਕਿਹੜੀ ਥੈਲੀ, ਕਿਹੜੀਆਂ ਮੋਹਰਾਂ, ਮੇਰੇ ਤੇ ਇਲਜ਼ਾਮ ਲਾਤਾ, ਇਹ ਹਕੂਮਤ ਲੱਭਦੀ ਫਿਰਦੀ ਹੈ, ਮੈਂ ਤੁਹਾਡੀ ਰਾਤ ਕਟਾਈ, ਮੈਨੂੰ ਲੋਕੋ ਆਹ ਨਾਮ ਦਿੱਤਾ, ਫਲਾਨਾ ਤਿਮਕਾ ਰੌਲਾ ਪਾਉਣ ਲੱਗ ਗਿਆ। ਮਾਤਾ ਜੀ ਨੇ ਫਿਰ ਹੱਥ ਜੋੜੇ, ਗੰਗੂਆ ਮੰਨ ਲਾ, ਨਹੀਂ ਮੰਨਦਾ ਚੱਲ ਕੋਈ ਗੱਲ ਨਹੀਂ, ਥੈਲੀ ਰੱਖ ਲਾ, ਤੂੰ ਹੁਣ ਰੌਲਾ ਨਾ ਪਾ। ਇਹ ਵਿਦੇਸ਼ੀ ਸੂਈਏ ਆ ਜਿਹੜੇ ਘਰ ਘਰ ਫਿਰਦੇ ਆ, ਬੱਚਿਆਂ ਦਾ ਨੁਕਸਾਨ ਕਰ ਦੇਣਗੇ। ਛੋਟਿਆਂ ਬੱਚਿਆਂ ਦੀ ਖਾਤਰ ਹਾੜਾ ਮਿਹਨਤ ਆ, ਮੈਂ ਬੁੱਢੀ ਮਾਂ ਤੇਰੀ ਮਿਹਨਤ ਕਰਦੀ ਆ, ਨਾ ਰੌਲਾ ਪਾ। ਪਰ ਲੋਭੀ ਲਾਲਚੀ ਦੇ ਜਿਹੜਾ ਪੜਦਾ ਪੈ ਜਾਂਦਾ ਅੱਖਾਂ ਤੇ, ਫਿਰ ਕੁਝ ਨਹੀਂ ਸੁਣਦਾ। ਤੇ ਉਧਰੋਂ ਉਹ ਵੀ ਜਿਹੜੀਆਂ ਮੋਹਰਾਂ ਦਾ ਸੀ ਉਹ ਵੀ ਲਾਲਚ ਹੋ ਗਿਆ, ਨਾਲ ਸੀ ਜਿਹੜਾ ਇਨਾਮ ਦਾ ਲਾਲਚ ਹੋ ਗਿਆ, ਤੇ ਬੱਲੇ ਬੱਲੇ ਦਾ ਲਾਲਚ ਹੋ ਗਿਆ ਕਿ ਸਮੇਂ ਦੀਆਂ ਸਰਕਾਰਾਂ ਇਨਾਮ ਵੀ ਦੇਣਗੀਆਂ, ਬੱਲੇ ਬੱਲੇ ਵੀ ਹੋਊਗੀ। ਕਿਉਂਕਿ ਵਜ਼ੀਰ ਖਾਨ ਸੀ ਜਿਹੜਾ ਬਹੁਤ ਗੁੱਸੇ ਦੇ ਵਿੱਚ ਸੀ ਤੇ ਨਿੰਮੋ ਝੂਣਾ ਹੋਇਆ ਫਿਰਦਾ ਸੀ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮੇਰੀ ਜਿਹੜੀ ਪਕੜ ਦੇ ਵਿੱਚੋਂ ਕਿਵੇਂ ਨਿਕਲ ਗਏ। ਤੇ ਇਹਨੇ ਕੀ ਕੀਤਾ, ਫਿਰ ਜਾ ਕੇ ਬਸ ਦੇ ਦਿੱਤੀ ਖਬਰ। ਉਹ ਜਿਹੜੇ ਸੀ ਕਹਿੰਦੇ ਫੜਨ ਵਾਲੇ ਸਿਪਾਹੀ ਸੂਈਏ ਫਿਰਦੇ ਸੀ ਨੇੜੇ ਹੀ, ਤੇ ਹੌਲੀ ਹੌਲੀ ਖਬਰ ਵਜ਼ੀਰ ਖਾਨ ਨੂੰ ਪਹੁੰਚ ਗਈ। ਵਜ਼ੀਰ ਖਾਨ ਬੜਾ ਖੁਸ਼ ਹੋਇਆ ਵੀ ਲਿਆਓ ਫੜ ਕੇ। ਤੇ ਸੂਈਏ ਆਏ, ਕਹਿੰਦੇ ਮਾਤਾ ਜੀ ਨੂੰ ਤੇ ਦੋਨਾਂ ਸਾਹਿਬਜ਼ਾਦਿਆਂ ਨੂੰ ਗੰਗੂ ਦੇ ਘਰੋਂ ਜਦੋਂ ਲੈ ਕੇ ਗਏ ਆ, ਬਹੁਤ ਸਾਰੇ ਜਿਹੜੇ ਲੇਖਕ ਆ ਸ਼ਰਧਾ ਵਸ ਆ ਕੇ ਉਹਨਾਂ ਨੇ ਰਾਤ ਵੀ ਲਿਖ ਦਿੱਤੇ, ਬੜਾ ਵਧੀਆ ਲੈ ਕੇ ਗਏ। ਪਰ ਨਹੀਂ, ਕੁਝ ਕੁ ਲਿਖਾਰੀਆਂ ਨੇ ਇਹ ਵੀ ਲਿਖਿਆ, ਇਹ ਗੱਲ ਮੈਨੂੰ ਇਹ ਸੱਚ ਲੱਗਦੀ ਹੈ ਕਿ ਵਿਰੋਧੀ ਜਦੋਂ ਫੜਨ ਆਏ, ਹੁਣ ਉਹ ਰਥਾਂ ਦੇ ਵਿੱਚ ਨਹੀਂ ਲੈ ਕੇ ਜਾਇਆ ਕਰਦੇ, ਤਾਂ ਉਹਨਾਂ ਨੇ ਕਹਿੰਦੇ ਉਸ ਸਮੇਂ ਦੇ ਜੋ ਸਾਧਨ ਸੀ ਖੱਚਰਾਂ, ਤੇ ਖੱਚਰਾਂ ਦੇ ਜਿਹੜੀਆਂ ਖੁਰਜੀਆਂ ਹੁੰਦੀਆਂ, ਉਹ ਖੁਰਜੀਆਂ ਦੇ ਵਿੱਚ ਦੋਨਾਂ ਸਾਹਿਬਜ਼ਾਦਿਆਂ ਨੂੰ ਸਿੱਟ ਲਿਆ। ਤੇ ਮਾਤਾ ਜੀ ਦੇ ਕਹਿੰਦੇ ਬੋਰੀ ਪਾ ਦਿੱਤੀ ਗਈ ਮੁੱਖ ਦੇ ਉੱਤੇ, ਤੇ ਹੱਥ ਦੋਨੇ ਬੁੱਢੀ ਮਾਤਾ ਦੇ ਬੰਨ੍ਹ ਕੇ ਖੱਚਰਾਂ ਦੇ ਮਗਰ ਘੜੀਸ ਦੇ ਲੈ ਕੇ ਗਏ। ਇਸ ਤਰ੍ਹਾਂ ਦੀ ਹਾਲਤ ਕੀਤੀ ਸਾਹਿਬਜ਼ਾਦਿਆਂ ਦੀ। ਤੇ ਜਾ ਕੇ ਅੱਜ ਦੇਖ ਲਓ ਕਿੰਨੀ ਪੋਹ ਦਾ ਮਹੀਨਾ, ਕਿੰਨੀ ਠੰਡ ਆ, ਤੇ ਜਾ ਕੇ ਠੰਡੇ ਬੁਰਜ ਦੇ ਵਿੱਚ ਬੁੱਢੀ ਦਾਤੀ ਮਾਤਾ ਜੀ ਤੇ ਦੋਨੇ ਨਰਮ ਸਾਹਿਬਜ਼ਾਦੇ ਬਾਬਾ ਜੀ, ਦੋਨੇ ਬਾਬੇ। ਐਵੇਂ ਨਹੀਂ ਬਾਬੇ ਕਹਿੰਦੇ, ਬਾਬਾ ਕਹਿਣ ਨੂੰ ਮੱਲੋ ਮੱਲੀ ਜੀ ਕਰਦਾ, ਉਮਰਾਂ ਭਾਵੇਂ ਛੋਟੀਆਂ ਹੀ ਸੀ ਪਰ ਕਾਰਨਾਮੇ ਬਹੁਤ ਵੱਡੇ ਬਾਬਿਆਂ ਵਾਲੇ ਕਰ ਗਏ। ਤੇ ਅੰਦਰ ਆ ਜਿਹੜੇ ਉਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕਰ ਦਿੱਤਾ ਗਿਆ। ਸੂਬੇ ਦੀ ਕਚਹਿਰੀ ਲੱਗਦੀ ਹੈ। ਸਾਰੀ ਰਾਤ ਮਾਤਾ ਜੀ ਨੇ ਸਮਝਾਇਆ ਕਿ ਤੁਹਾਡੇ ਦਾਦਾ ਜੀ ਵੀ ਸ਼ਹੀਦ ਆ ਭਾਈ, ਦੇਖਿਓ ਆਪਣੇ ਪਿਤਾ ਨੂੰ, ਦਾਦਿਆਂ ਨੂੰ ਲਾਜ ਨਾ ਲੱਗ ਜਾਵੇ ਬੱਚਿਓ, ਬੜਾ ਡਰਾਉਣਗੇ, ਧਮਕਾਉਣਗੇ, ਤੇ ਨਾਲ ਫਿਰ ਲਾਲਚ ਵੀ ਦੇਣਗੇ। ਦੋਨਾਂ ਚੀਜ਼ਾਂ ਤੇ ਨਹੀਂ ਤੁਸੀਂ ਆਉਣਾ। ਉਹੀ ਗੱਲ ਹੋਈ, ਪਹਿਲੇ ਦਿਨ ਕਚਹਿਰੀ ਦੇ ਵਿੱਚ ਬੱਚਿਆਂ ਨੂੰ ਪੇਸ਼ ਕੀਤਾ ਗਿਆ। ਵੱਡੀਆਂ ਵੱਡੀਆਂ ਮੁੱਛਾਂ ਵਾਲੇ ਕਿੱਡੇ ਕਿੱਡੇ ਭਿਆਨਕ ਚਿਹਰੇ ਸਾਹਮਣੇ ਖੜੇ ਆ, ਦੋ ਮਾਸੂਮ ਜਿੰਦਾਂ ਖੜੀਆਂ ਡਟ ਕੇ ਗੱਲਬਾਤ ਦਾ ਜਿਹੜਾ ਹੈ ਜਵਾਬ ਦੇ ਰਹੀਆਂ। ਜੋ ਵੀ ਸਵਾਲ ਉਹਨਾਂ ਨੇ ਕੀਤੇ ਉਹਨਾਂ ਦੇ ਜਵਾਬ ਦਿੱਤੇ। ਤਾਂ ਉਹਨਾਂ ਨੇ ਕਿਹਾ ਵੀ ਤੁਹਾਨੂੰ ਐਂ ਕਰ ਦਿੱਤਾ ਜਾਊ, ਜਿਉਂ ਕਰ ਦਿੱਤਾ ਜਾਊ, ਤੇ ਨਾਲ ਫਿਰ ਲਾਲਚ ਵੀ ਦਿੱਤੇ ਵੀ ਜੇ ਤੁਸੀਂ ਦੋਨੋਂ ਪੱਖ ਹੀ ਸਮਝਾ ਦਿੱਤੇ ਗਏ। ਜਿਹੜੀ ਦ੍ਰਿੜਤਾ ਨਾ, ਜਿਹੜੀ ਅਸਲ ਇਹੀ ਹੈ, ਸ਼ਹੀਦ ਹੋਣਾ ਅਸਲ ਇਹ ਹੈ ਕਿ ਮੌਕਾ ਹੋਵੇ ਬਚਣ ਦਾ ਪਰ ਬਚਿਆ ਨਾ ਜਾਵੇ।
ਆਪਣੇ ਰਸਤੇ ਤੇ ਕਾਇਮ ਰਿਹਾ ਜਾਵੇ। ਸਾਹਿਬਜ਼ਾਦੇ ਕਾਇਮ ਰਹੇ, ਰਾਤ ਨੂੰ ਛੱਡ ਦਿੱਤੇ ਗਏ। ਕਹਿੰਦੇ ਦੂਜੇ ਦਿਨ ਚੱਲ ਆਪਦਾ ਹੋਰ ਇੱਕ ਦਿਨ ਜਿਹੜਾ ਸੋਚਣ ਦਾ ਮੌਕਾ ਦੇ ਦਿੱਤਾ। ਰਾਤ ਨੂੰ ਫਿਰ ਸਾਹਿਬਜ਼ਾਦੇ ਮਾਤਾ ਜੀ ਕੋਲ ਆਏ। ਮਾਤਾ ਜੀ ਨੂੰ ਹੱਸ ਹੱਸ ਕੇ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਸੀ ਉਹ ਸੁਣਾਈਆਂ। ਮਾਤਾ ਜੀ ਨੇ ਇੱਕ ਖੱਬੇ ਪਾਸੇ ਲਿਆ, ਇੱਕ ਸੱਜੇ ਪਾਸੇ ਲਿਆ, ਆਪਣੀ ਬੁੱਕਲ ਦਾ ਨਿੱਘ ਦਿੱਤਾ। ਜ਼ਾਲਮਾਂ ਨੇ ਠੰਡੇ ਬੁਰਜ ਦੇ ਵਿੱਚ ਕੈਦ ਕਰਕੇ ਕੋਈ ਕੱਪੜਾ ਵੀ ਨਹੀਂ ਦਿੱਤਾ ਸੀ। ਮਾਤਾ ਨੇ ਤਨ ਦਾ ਨਿੱਘ ਸਾਰੀ ਰਾਤ ਦੇ ਕੇ ਬੱਚਿਆਂ ਨੂੰ ਜਿਉਂਦੇ ਰੱਖਿਆ, ਬੱਚਿਆਂ ਨੂੰ ਪੜ੍ਹਾਉਂਦੀ ਰਹੀ, ਬੱਚਿਆਂ ਨੂੰ ਸਿਖਾਉਂਦੀ ਰਹੀ ਦਾਦੀ ਮਾਂ ਕਿ ਬੱਚਿਓ ਡੋਲ ਨਾ ਜਾਣਾ। ਦੂਜਾ ਦਿਨ ਫਿਰ ਚੜਿਆ, ਫਿਰ ਬੱਚੇ ਤਿਆਰ ਕੀਤੇ। ਦਾਦੀ ਮਾਂ ਨੂੰ ਪਤਾ ਸੀ ਕਿ ਅੱਜ ਕੋਈ ਨਾ ਕੋਈ ਭਾਣਾ ਬੀਤ ਜਾਣਾ। ਕਈ ਇਤਿਹਾਸਕਾਰਾਂ ਨੇ 3 ਦਿਨ ਵੀ ਲਿਖਿਆ ਕਿ 3 ਦਿਨ ਤਸੀਹੇ ਦਿੰਦੇ ਰਹੇ, ਡਰਾਉਂਦੇ ਧਮਕਾਉਂਦੇ ਰਹੇ, ਤੇ ਆਖਰ ਕਹਿੰਦੇ ਵੀ ਤੁਹਾਨੂੰ ਨੀਹਾਂ ਦੇ ਵਿੱਚ ਚਿਣ ਦਿੱਤਾ ਜਾਊਗਾ। ਜੇ ਨਾ ਮੁਸਲਮਾਨ ਹੋਏ, ਨਾ ਆਪਣੇ ਸੱਚ ਦੇ ਰਸਤੇ ਤੋਂ ਹਿੱਲੇ, ਤਾਂ ਤੁਹਾਨੂੰ ਕਤਲ ਕਰ ਦਿੱਤਾ ਜਾਊਗਾ। ਅਗਰ ਤੁਸੀਂ ਮੁਸਲਮਾਨ ਹੋਣਾ ਜਿਹੜਾ ਪ੍ਰਵਾਨ ਕਰ ਲਵੋਗੇ, ਤੁਹਾਨੂੰ ਹੂਰਾਂ ਦਿੱਤੀਆਂ ਜਾਣਗੀਆਂ। ਤੁਹਾਡੇ ਬੜੇ ਸੋਹਣੇ ਸੁੰਦਰ ਸਰੀਰ ਆ, ਚੰਨ ਵਾਂਗੂ ਚਮਕਦੇ ਹੋ, ਦੁਨੀਆ ਤੇ ਆਏ ਹੋ, ਤੁਹਾਨੂੰ ਦੁਨੀਆ ਦੀ ਹਰ ਸੁੱਖ ਸਹੂਲਤ ਦਿੱਤੀ ਜਾਵੇਗੀ, ਰਾਜ ਗੱਦੀਆਂ ਦਿੱਤੀਆਂ ਜਾਣਗੀਆਂ। ਇੱਕ ਪਾਸੇ ਸਾਰਾ ਕੁਝ ਇਹ, ਇੱਕ ਪਾਸੇ ਤੁਹਾਡੇ ਬਾਪ ਦਾਦੇ ਦਾ ਰਸਤਾ। ਹੁਣ ਚੁਣਨਾ ਤੁਸੀਂ ਆ ਕਿ ਕਿੱਧਰ ਨੂੰ ਜਾਣਾ। ਉਹ ਰਾਤ ਵੀ ਨਿਕਲ ਗਈ। ਉਹ ਰਾਤ ਜਿਹੜੀ ਜਦੋਂ ਫੇਰ ਆਏ, ਫਿਰ ਬੱਚਿਆਂ ਨੇ ਸਮਝਾਇਆ, ਮਾਤਾ ਜੀ ਨੂੰ ਦੱਸਿਆ ਕਿ ਮਾਤਾ ਜੀ ਐਂ ਕਹਿੰਦੇ ਆ। ਮਾਤਾ ਜੀ ਕਹਿੰਦੇ ਕੋਈ ਗੱਲ ਨਹੀਂ, ਹੁਣ ਸਿਰਾ, ਹੁਣ ਤੁਸੀਂ ਡੋਲ ਨਹੀਂ ਜਾਣਾ। ਹੁਣ ਸਵੇਰ ਨੂੰ ਜਿਹੜਾ ਭਾਣਾ ਵਰਤੇਗਾ, ਸਵੇਰ ਨੂੰ ਫਿਰ ਕਲਗੀਆਂ ਲਾ ਕੇ ਸੋਹਣੇ ਕੱਪੜੇ ਪਾ ਕੇ ਤਿਆਰ ਕਰਕੇ ਮਾਤਾ ਜੀ ਨੇ ਦੋਨਾਂ ਸਾਹਿਬਜ਼ਾਦਿਆਂ ਨੂੰ, ਦੋਨਾਂ ਲਾਲਾਂ ਨੂੰ ਕਚਹਿਰੀ ਵੱਲ ਨੂੰ ਤੋਰ ਦਿੱਤਾ। ਉਹ ਜਿਹੜਾ ਸੀ ਉਹਨਾਂ ਨੇ, ਜ਼ਾਲਮਾਂ ਨੇ ਇੱਕ ਐਸੀ ਕਾਢ ਕੱਢੀ ਸੀ, ਇੱਕ ਵੱਡਾ ਗੇਟ ਬਣਾ ਕੇ ਇੱਕ ਛੋਟੀ ਵਿੱਚ ਬਾਰੀ ਰੱਖੀ ਸੀ, ਬਈ ਸਾਹਿਬਜ਼ਾਦੇ ਜਦੋਂ ਆਉਣਗੇ ਇਹਨਾਂ ਦੇ ਐਂ ਲੰਘਣਗੇ, ਸੀਸ ਝੁਕ ਜਾਣਗੇ, ਅਸੀਂ ਤਾੜੀ ਮਾਰ ਦਿਆਂਗੇ। ਸਾਹਿਬਜ਼ਾਦੇ ਜੋ ਅਕਾਲ ਪੁਰਖ ਨਾਲ ਜੁੜੀਆਂ ਹੋਈਆਂ ਰੂਹਾਂ ਸੀ, ਨਹੀਂ ਦਬਣ ਵਾਲੇ ਸੀ, ਉਹਨਾਂ ਨੇ ਆਪਣੀ ਸੂਝ-ਬੂਝ ਤੋਂ ਕੰਮ ਲੈਂਦਿਆਂ ਐਂ ਧੌਣਾ ਅਕੜਾ ਕੇ ਸਿਰ ਜਿਹੜੇ ਸੀ ਪੂਰੇ ਤਾਂ ਕਰਕੇ ਚੱਲੇ, ਕਿਉਂਕਿ ਕਿਹਾ ਸੀ ਕਿ ਇੱਕ ਪਿਓ ਸਾਡਾ ਪਿਤਾ ਜੀ ਤੇ ਦੂਜਾ ਅਕਾਲ ਪੁਰਖ, ਇਦੋਂ ਹੇਠਾਂ ਅਸੀਂ ਕਿਸੇ ਅੱਗੇ ਝੁਕ ਨਹੀਂ ਸਕਦੇ। ਸਾਹਿਬਜ਼ਾਦਿਆਂ ਨੇ ਪਹਿਲਾਂ ਪੈਰ ਅੰਦਰ ਕੀਤੇ ਤੇ ਸਿਰ ਉਸੇ ਤਰ੍ਹਾਂ ਸਿੱਧੇ ਲੈ ਕੇ ਸੂਬੇ ਦੀ ਕਚਹਿਰੀ ਵਿੱਚ ਜਾ ਹਾਜ਼ਰ ਹੋਏ। ਸੂਬੇ ਨੇ ਪੁੱਛਿਆ ਤੇ ਕੋਲੇ ਬੈਠੇ ਇੱਕ ਜਿਹੜਾ ਮਲੇਰਕੋਟਲੇ ਦਾ ਨਵਾਬ ਸੀ, ਬਹਾਦਰ ਸ਼ਾਹ ਕਿਹਾ ਜਾਂਦਾ, ਉਹਨੂੰ ਵੀ ਕਿਹਾ, ਕਹਿੰਦਾ ਹੁਣ ਮੌਕਾ, ਤੇਰਾ ਭਰਾ ਸੀ ਜਿਹੜਾ ਉਹ ਸ਼ਹੀਦ ਕਰ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ, ਤੇ ਹੁਣ ਮੌਕਾ। ਤਾਂ ਉਹਦਾ ਦਿਲ ਕਹਿੰਦੇ ਉੱਥੇ ਪਗਰ ਗਿਆ ਸੀ। ਉਹ ਕਹਿੰਦਾ ਵੀ ਨਹੀਂ, ਜੇ ਮੈਂ ਲੜੂੰਗਾ ਤਾਂ ਗੁਰੂ ਗੋਬਿੰਦ ਸਿੰਘ ਜੀ ਨਾਲ ਹੀ ਲੜੂੰਗਾ, ਮਰਦ ਮਰਦਾਂ ਨਾਲ ਹੀ ਲੜਦੇ ਆ, ਬੱਚਿਆਂ ਤੇ ਜ਼ੁਲਮ, ਇਹ ਪਾਪ ਮੈਂ ਨਹੀਂ ਕਰ ਸਕਦਾ। ਉਸ ਸਮੇਂ ਕਹਿੰਦੇ ਥੋੜ੍ਹੀ ਬਹੁਤੀ ਢਿੱਲ ਮਿਲਣ ਦੀ ਆਸ ਹੋ ਗਈ ਸੀ, ਤੇ ਕੋਲੇ ਬੈਠਾ ਸੁੱਚਾ ਆਨੰਦ, ਐਸੀਆਂ ਬਿਰਤੀਆਂ ਜਿਹੜੀਆਂ ਸੀ, ਉਹ ਕਹਿੰਦੇ ਆ ਕੇ ਉਹਨੇ ਬਲਦੀ ਤੇ ਤੇਲ ਪਾ ਦਿੱਤਾ। ਕਹਿੰਦਾ ਨਹੀਂ ਸੂਬਿਆ, ਆਹ ਮੌਕਾ ਜੇ ਇਹ ਲੰਘ ਗਿਆ ਫਿਰ ਮੌਕਾ ਹੱਥ ਨਹੀਂ ਆਉਣਾ। ਸੱਪਾਂ ਦੇ ਪੁੱਤ ਮਿੱਤ ਨਹੀਂ ਹੁੰਦੇ, ਇਹ ਸਪੋਲੀਏ ਆ। ਤੇ ਜਦੋਂ ਕੁਰਾਨ ਸ਼ਰੀਫ ਦੇਖੀ ਗਈ ਤਾਂ ਕਾਜੀ ਨੂੰ ਸੱਦਿਆ ਗਿਆ, ਤੇ ਕਾਜੀ ਨੇ ਵੀ ਝੂਠ ਬੋਲ ਦਿੱਤਾ। ਐਵੇਂ ਨਹੀਂ ਬਾਣੀ 'ਚ ਕਿਹਾ, ਕਾਦੀ ਝੂਠ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ। ਕਾਜੀ ਨੇ ਝੂਠ ਬੋਲ ਦਿੱਤਾ। ਕਹਿੰਦਾ ਜੀ ਬੱਚਿਆਂ ਨੂੰ ਮਾਰਨ ਦੀ ਤਾਂ ਕੋਈ ਤਰਤੀਬ ਨਹੀਂ। ਸੁੱਚਾ ਆਨੰਦ ਐਂ ਜੇ ਖੁਰਕ ਕੇ ਕਹਿਣ ਲੱਗਿਆ, ਕਹਿੰਦਾ ਸੱਪ ਦੇ ਸਪੋਲੀਆਂ ਨੂੰ ਮਾਰਨ ਵਾਸਤੇ ਹੈਗੀ ਆ। ਕਹਿੰਦੇ ਵੀ ਹਾਂ, ਸਪੋਲੀਏ ਵਾਸਤੇ ਤਾਂ ਹੈਗੀ ਆ, ਵੀ ਉਹਨੂੰ ਮਾਰ ਦਿੱਤਾ ਜਾਣਾ ਚਾਹੀਦਾ, ਵੀ ਸੱਪ ਲੜਨ ਤੋਂ ਪਹਿਲਾਂ ਸੱਪ ਬਣੂਗਾ। ਤੇ ਇਸ ਬਲ ਦੇ ਵਿੱਚ, ਧਾਰਮਿਕ ਬਲ ਦੇ ਵਿੱਚ ਪਾ ਕੇ ਨਾ ਬੱਚਿਆਂ ਨੂੰ ਜਿਹੜਾ ਸੀ ਨੀਹਾਂ ਦੇ ਵਿੱਚ ਚਿਣਨ ਦੇ ਹੁਕਮ ਦੇ ਦਿੱਤੇ ਗਏ। ਉਹ ਸਮਾਂ ਆ ਗਿਆ, ਸਾਰੇ ਲੋਕ ਆ ਜਿਹੜੇ ਇਕੱਤਰ ਹੋ ਗਏ। ਸਾਰੇ ਲੋਕਾਂ ਦੀਆਂ ਜਿਹੜੀਆਂ ਜੀਭਾਂ ਸੀ ਦੰਦਾਂ ਦੇ ਵਿੱਚ ਰਹਿ ਗਈਆਂ ਜਦੋਂ ਜਲਾਦ ਬੱਚਿਆਂ ਨੂੰ ਨੀਹਾਂ ਦੇ ਵਿੱਚ ਚਿਣਨ ਲੱਗੇ। ਬੱਚੇ ਅਡੋਲ ਖੜੇ ਆ, ਦੋਨੇ ਸਾਹਿਬਜ਼ਾਦੇ ਅਡੋਲ ਖੜੇ ਆ, ਤੇ ਅਡੋਲ ਖੜਿਆਂ ਨੇ ਬਸ ਪਰਮਾਤਮਾ ਦੇ ਨਾਲ
ਲਿਵ ਜੋੜ ਲਈ, ਸੁਰਤੀ ਜੋੜ ਲਈ ਵੀ ਅਸੀਂ ਧਰਮ ਤੋਂ ਨਹੀਂ ਡੋਲਣਾ, ਇਸ ਸੱਚ ਦੇ ਰਸਤੇ ਤੋਂ ਪਾਸੇ ਨਹੀਂ ਹਟਣਾ। ਤਨ ਸਾਡੇ ਜਾਂਦੇ ਆ ਤਾਂ ਜਾਣ। ਕਹਿੰਦੇ ਕੰਧ ਕੱਢਣ ਲੱਗੇ, ਕੰਧ ਨੇ ਫਿਰ ਗਿੱਟੇ ਲਕੋ ਲਏ, ਫਿਰ ਕੰਧ ਗੋਡੇ ਗੋਡੇ ਤੱਕ ਆ ਗਈ, ਫਿਰ ਕੰਧ ਕਹਿੰਦੇ ਛਾਤੀਆਂ ਤੱਕ ਆ ਗਈ। ਜਦੋਂ ਛਾਤੀਆਂ ਤੱਕ ਕੰਧ ਆਈ, ਛੋਟੇ ਸਾਹਿਬਜ਼ਾਦੇ ਦਾ ਜਿਹੜਾ ਸੀ ਦਮ ਘੁੱਟਣ ਲੱਗਿਆ। ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਉੱਧਰ ਸ਼ਹੀਦ ਹੋ ਚੁੱਕੇ ਆ, ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਇੱਧਰ ਸ਼ਹੀਦ ਹੋਣ ਲੱਗਿਆ। ਬਾਬਾ ਫਤਿਹ ਸਿੰਘ ਜੀ ਦਾ, ਜਿਨ੍ਹਾਂ ਦੀ ਉਮਰ 8 ਕੇ 9 ਸਾਲ ਨਾ 7 ਸਾਲ, 7 ਤੇ 9 ਸਾਲ ਮੰਨੀ ਜਾਂਦੀ ਹੈ। 7 ਸਾਲ ਦਾ ਬੱਚਾ ਹੁਣ ਤੁਸੀਂ ਲਾ ਲਓ, ਆਪਣੇ ਬੱਚੇ ਤੇ ਲਾ ਲਈਏ, ਮਹਿਸੂਸ ਕਰੀਏ ਕੀ ਹਾਲਤ ਹੋਵੇਗੀ। ਜਦੋਂ ਸਾਹ ਘੁੱਟਣ ਲੱਗਿਆ, ਕਹਿੰਦੇ ਵੱਡੇ ਵੀਰ ਨੇ ਫਿਰ ਹੌਸਲਾ ਦਿੱਤਾ, ਵੀਰਾ ਉਹ ਆਇਆ ਤੂੰ ਮੇਰੇ ਤੋਂ ਦੁਨੀਆ ਤੋਂ ਬਾਅਦ 'ਚ ਸੀ, ਦੁਨੀਆ ਤੇ ਦਾਦੇ ਦੀ ਬੁੱਕਲ 'ਚ ਪਹਿਲਾਂ ਚੱਲਿਆ, ਚੱਲ ਮੇਰਾ ਵੀਰ। ਐਂ ਕਹਿ ਕੇ ਕੰਧ ਉਹਨਾਂ ਨੇ ਉੱਚੀ ਕਰ ਦਿੱਤੀ। ਉਹ ਕੰਧ ਆ ਕਹਿੰਦੇ ਡਿੱਗ ਵੀ ਪਈ ਸੀ ਖੀਰ ਦੇ ਵਿੱਚ ਆ ਕੇ, ਫਿਰ ਇਹਨਾਂ ਨੇ ਜਿਵਾ ਕਰ ਦਿੱਤਾ। ਇੱਥੇ ਸਾਹਿਬਜ਼ਾਦੇ ਦੋਨਾਂ ਦੇ ਪਿਆਂ ਤੇ ਬੇਹੋਸ਼ ਹੋ ਗਏ। ਬੇਹੋਸ਼ ਹੋਇਆਂ ਤੇ ਵੀ ਬਚ ਨਾ ਜਾਵੇ, ਕੋਈ ਸੁਆਸ ਆ ਜਿਹੜਾ ਰਹਿ ਨਾ ਜਾਵੇ। ਸਾਹ ਰਗ ਕੱਟ ਕੇ ਦੋਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ। ਫਿਰ ਗੁਰਮੁਖ ਪਿਆਰਿਓ, ਐਸਾ ਨਾਜ਼ੁਕ ਸਮਾਂ ਆਇਆ, ਕਿਸੇ ਨੇ ਜਿਹੜਾ ਸੰਸਕਾਰ ਕਰਨ ਦੀ ਹਿੰਮਤ ਵੀ ਨਾ ਕੀਤੀ। ਉੱਥੇ ਫਿਰ ਸੀਗੇ ਬਹੁਤ ਹੀ ਸਤਿਕਾਰਯੋਗ, ਸੀਸ ਦਿਲ ਦੀਆਂ ਗਹਿਰਾਈਆਂ ਤੋਂ ਥੱਲੇ ਉਹਨਾਂ ਨੂੰ ਝੁਕਦਾ ਭਾਈ ਟੋਡਰ ਮੱਲ ਜੀ। ਉਹਨਾਂ ਨੇ ਆ ਕੇ ਫਿਰ ਗੱਲਬਾਤ ਕੀਤੀ ਤਾਂ ਫਿਰ ਸੂਬੇ ਨੇ ਮਸ਼ਕਰੀ ਕਰਦੇ ਹੋਏ ਕਿਹਾ ਬਈ ਨਹੀਂ, ਇਹ ਜਗ੍ਹਾ ਮੁੱਲ ਲੈਣੀ ਪਊ। ਉਹ ਕਹਿੰਦਾ ਮੈਂ ਮੁੱਲ ਵੀ ਲੈ ਲੈਣਾ। ਕਹਿੰਦੇ ਮੋਹਰਾਂ ਇੰਨੀਆਂ ਲੱਗਣਗੀਆਂ, ਉਹ ਕਹਿੰਦਾ ਮੋਹਰਾਂ ਵੀ ਦੇ ਦਿੰਦਾ। ਫਿਰ ਕਹਿੰਦੇ ਨਹੀਂ, ਮੋਹਰਾਂ ਵਿਛਾ ਕੇ ਥਾਂ ਲੈਣੀ ਪਊ। ਉਹ ਕਹਿੰਦਾ ਮੋਹਰਾਂ ਵੀ ਵਿਛਾ ਦਿੰਦਾ। ਫਿਰ ਕੁਤਰਬਿੰਦੀ ਕੀਤੀ, ਕਹਿੰਦੇ ਮੋਹਰਾਂ ਖੜੀਆਂ ਕਰਕੇ ਥਾਂ ਦੇਵਾਂਗੇ। ਉਹ ਕਹਿੰਦਾ ਮੈਂ ਮੋਹਰਾਂ ਖੜੀਆਂ ਵੀ ਕਰ ਦਿੰਦਾ। ਧੰਨ ਭਾਈ ਟੋਡਰ ਮੱਲ ਜੀ, ਉਹਨੇ ਫਿਰ ਦੋਨਾਂ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ। ਇਸ ਤਰ੍ਹਾਂ ਇਹ ਸਾਡੇ ਚਾਰੇ ਸਾਹਿਬਜ਼ਾਦੇ, ਸਾਡੇ ਬਾਬਾ ਜੀ ਸ਼ਹੀਦੀਆਂ ਪ੍ਰਾਪਤ ਕਰ ਗਏ। ਅਤੇ ਉੱਧਰ ਜਦੋਂ ਮਾਤਾ ਗੁਜਰ ਕੌਰ ਨੂੰ ਇਹ ਗੱਲ ਦਾ ਪਤਾ ਲੱਗਿਆ ਕਿ ਸਾਹਿਬਜ਼ਾਦੇ ਸ਼ਹੀਦ ਹੋ ਗਏ, ਕੁਛ ਜਿਹੜੇ ਲਿਖਾਰੀ ਉਹ ਲਿਖਦੇ ਆ ਕਿ ਮਾਤਾ ਜੀ ਸੁਆਸ ਚੜਾ ਕੇ ਚਲੇ ਗਏ, ਕੁਝ ਲਿਖਦੇ ਆ ਕਿ ਉੱਧਰ ਸ਼ਹੀਦੀ ਹੋ ਗਈ ਅਤੇ ਉੱਧਰੋਂ ਜ਼ਾਲਮਾਂ ਨੇ ਮਾਤਾ ਜੀ ਨੂੰ ਠੰਡੇ ਬੁਰਜ ਤੋਂ ਧੱਕਾ ਦੇ ਦਿੱਤਾ। ਦੂਜੀ ਗੱਲ ਠੀਕ ਲੱਗਦੀ ਹੈ, ਸਾਰਾ ਜਿਹੜਾ ਪਰਿਵਾਰ ਸੀ ਇਸ ਤਰ੍ਹਾਂ ਸ਼ਹੀਦ ਹੋ ਗਿਆ। ਅਤੇ ਇਹ ਜਿਹੜੀ ਸਾਰੀ ਕਹਾਣੀ ਸੀ, ਇਸ ਜਿਹੜੀ ਸਾਰੀ ਆਪਾਂ ਇਹ ਗੱਲਬਾਤ ਕੀਤੀ ਹੈ, ਇਹ ਸਾਰੀ ਬੈਠੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਰਾਏ ਕੱਲੇ ਕੋਲ ਬੈਠ ਕੇ, ਇੱਥੇ ਆਪਣੇ ਏਰੀਏ ਦੇ ਵਿੱਚ, ਇਲਾਕੇ ਦੇ ਵਿੱਚ ਲੰਮੇ ਜੱਟਪੁਰੇ ਬੈਠ ਕੇ ਇਹ ਸਾਰੀ ਸੁਣੀ। ਕਿਉਂਕਿ ਨੂਰਾ ਮਾਹੀ ਸੀ, ਨੂਰੇ ਮਾਹੀ ਦੀ ਭੈਣ ਸੀ ਵਿਆਹੀ ਸਰਹੰਦ। ਨੂਰਾ ਮਾਹੀ ਤੁਰਨ ਨੂੰ ਬੜਾ ਤਕੜਾ ਸੀ। ਨੂਰੇ ਮਾਹੀ ਨੇ ਇਹ ਸਾਰੀ ਜਿਹੜੀ ਕਹਾਣੀ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੂੰ ਇੱਥੇ ਆ ਕੇ ਸੁਣਾਈ। ਜਦੋਂ ਸੁਣਾਈ, ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਤੀਰ ਦੀ ਨੋਕ ਦੇ ਨਾਲ ਫਿਰ ਉਹ ਪੱਟ ਰਹੇ ਸੀ ਬੂਝਾ, ਨਾਲ ਦੀ ਨਾਲ ਹੀ, ਅਤੇ ਨਾਲ ਹੀ ਪੱਟ ਕੇ ਬੂਝਾ ਮਾਰਿਆ। ਕਹਿੰਦੇ ਲਓ ਜ਼ਾਲਮ ਤੁਰਕਾਂ ਦੀ ਸਮਝ ਲਓ ਇਹ ਭਾਰਤ ਦੇ ਵਿੱਚੋਂ ਜੜ ਪੱਟੀ ਗਈ। ਅਤੇ ਉੱਠ ਕੇ ਕਹਿੰਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅਕਾਲ ਪੁਰਖ ਨੂੰ ਸੰਬੋਧਨ ਹੋ ਕੇ ਇੱਕ ਜੈਕਾਰਾ ਲਾਇਆ ਕਿ ਸ਼ੁਕਰ ਆ ਪ੍ਰਮਾਤਮਾ, ਤੇਰੀ ਉਮਾਨਤ ਤੇਰੇ ਤੱਕ ਪਹੁੰਚ ਗਈ। ਇਹ ਕਿਸੇ ਲਿਖਾਰੀ ਨੇ ਬੜਾ ਸੋਹਣਾ ਲਿਖਿਆ, ਉਹ ਸਮੇਂ ਦਾ ਵਰਣਨ ਜਿਹੜਾ ਕੀਤਾ, ਉਹ ਸਮਾਂ ਕਿਹੋ ਜਿਹਾ ਸੀ। ਸਰਹੰਦ ਤੋਂ ਸੁਨੇਹਾ ਮਿਲਿਆ ਕਿ ਲਾਲ ਟੁਰ ਗਏ। ਸਰਹੰਦ ਤੋਂ ਸੁਨੇਹਾ ਮਿਲਿਆ ਕਿ ਲਾਲ ਟੁਰ ਗਏ। ਦੋਵੇਂ ਸ਼ਹੀਦ ਹੋ ਗਏ ਨੇ, ਨੌ ਨਿਹਾਲ ਟੁਰ ਗਏ। ਸੂਬੇ ਨੇ ਕੰਧ ਅੰਦਰ ਦੋਵੇਂ ਨਪੀੜ ਦਿੱਤੇ। ਨੂਰੇ ਮਾਹੀ ਨੇ ਸੁਣਾਇਆ ਗੁਰੂ ਪਾਤਸ਼ਾਹ ਜੀ ਨੂੰ ਆਪਣੇ ਬੱਚਿਆਂ ਬਾਰੇ। ਸੂਬੇ ਨੇ ਕੰਧ ਅੰਦਰ ਦੋਵੇਂ ਨਪੀੜ ਦਿੱਤੇ, ਕੋਮਲ ਸਰੀਰ ਇੱਟਾਂ ਦੇ ਵਿੱਚ ਪੀੜ ਦਿੱਤੇ। ਸੁਣ ਕੇ ਉਹ ਗੱਲ ਸਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੀ ਇਹ ਗੱਲ ਸੁਣੀ, ਕਿਉਂਕਿ ਸ਼ਾਰਟਕੱਟ ਦੇ ਵਿੱਚ ਹੁੰਦੀ ਹੈ ਨਾ ਕਵਿਤਾ ਜਿਹੜੀ। ਸਾਰੀ ਜਦੋਂ ਗੱਲ ਸੁਣੀ, ਰੋਹ ਦੇ ਵਿੱਚ ਗੁਰੂ ਪਾਤਸ਼ਾਹ ਜੀ ਉੱਠੇ। ਸੁਣ ਕੇ ਉਹ ਗੱਲ ਸਾਰੀ ਮੁਸਕਰਾ ਕੇ ਉੱਠਿਆ
उस बादशाह ने नूरे दे कोल आके पुछया। इस तरह बैठे होने आ जिवें आपां ला लईए आए आम बह जाने आ खेतां दे विच, उदों जंगल ही जंगल सी, गुरु पातशाह जी दूर बैठे सुणदे सी। जदों सुणाउंदे सुणाउंदे ते नूरे दे कोल आके पुछया। की पुछदे आ? तूं रूप रूस है उत्थे कोई गल ना लुकाई, ते साफ साफ दसी कोई कहर ना कमाई। कोई हिंज ते नी केरी, कोई आह ते नी कड्डी, लाला ने किधरे कोई धा ते नी कड्डी। तेसी दे नाल लगी जद सट सी करारी, ओ मेरे फतेह ने उच्ची कोई चीक तां नहीं मारी। गुरु पातशाह जी कहन लगे मैनू ये दस, शहीद होण लगे फतेह ने कोई चीक तां नहीं मारी? कहंदे नहीं पातशाह, नहीं मारी। तो गुरु गोबिंद सिंह साहब सच्चे पातशाह जी ने कहा, कहंदे ढैंदे देश दा जदों सहारा नहीं सी, इस ढैंदे देश दा जदों सहारा नहीं सी, उदों पिता इस देश तो बारिया मैं, माता गुजरी सरहंद दे विच गुजरी, समा गुजरिया जिमें गुजारिया मैं, चार पुत्र सन बख्शे परमात्मा ने, जोड़ा जोड़ा करके वो भी बारिया मैं, मैनू मत शहनशाह कहो सिखो, किस्तां विच है करजा उतारिया मैं, किस्तां विच है करजा उतारिया मैं। फिर कहते माता जी ने आके पूछया सी गुरु गोबिंद सिंह साहिब सच्चे पातशाह जी नूं कि चारे साहिबजादे किधर गए, कित्थे चले गए? तो गुरु पातशाह जी ने सानू सुबोधन होके कहा सी, इन पुत्रन के सीस पे बार दिए सुत चार, चार मुए तो क्या हुआ, जीवत कई हजार। आ हज़ारां दे उपर दी चार बार दिते। कोई नहीं, मेरा खालसा पंथ जिउंदा। हुण गुरमुख प्यारिओ, असी खालसे बनना, असी गुरु दे प्यारे बनना, असी गुरबाणी नाल जुड़ना, असी सिੱਖੀ नाल जुड़ना। यही मेरी बेनती है। सारा जिहड़ा इतिहास पढ़दे सुणदे विचारदे बहुत सारियां भुल्लां गलतियां हो गईयां होणगीਆਂ, होईयां भुल्लां गलतियां दी माफ़ी बख्शना जी। आओ गज के फतेह बुलाइए। वाहिगुरू जी का खालसा, वाहिगुरू जी की फतेह।